ਪਹਿਲਵਾਨਾਂ ਦੀ ਜੋ ਕਈ ਦੇਰ ਤੋਂ ਲੰਬੇ ਸਮੇਂ ਤੋਂ ਜਿਨਸੀ ਸ਼ੋਸ਼ਣ ਦੇ ਖਿਲਾਫ ਇੱਕ ਜਦੋਜਹਿਦ ਕਰ ਰਹੇ ਨੇ। ਉਹਨਾਂ ਦਾ ਇਲਜ਼ਾਮ ਹੈ ਕਿ ਭਾਰਤੀ ਕੁਸ਼ਤੀ ਸੰਘ ਦੇ ਮੁਖੀ ਤੇ ਕੁਝ ਹੋਰ ਅਧਿਕਾਰੀ ਜਿਹੜੇ ਨੇ ਉਹ ਉਹਨਾਂ ਨੂੰ ਤੰਗ ਕਰਦੇ ਨੇ, ਉਹਨਾਂ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਦੇ ਰਹੇ ਨੇ ਔਰ ਉਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ, ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਵਿਨੋਦ ਤੋਮਰ ਉਹਨਾਂ ਦਾ ਇਸ ਕੇਸ ਦੇ ਵਿੱਚ ਬਚਣਾ ਮੁਸ਼ਕਿਲ ਹੈ, ਉਹਨਾਂ ਨੂੰ ਸਜ਼ਾ ਹੋਣੀ ਯਕੀਨੀ ਹੈ। ਲੇਕਿਨ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਵਾ ਕਿ ਇਹ ਇੱਕ ਕਵਰ ਅਪ ਐਕਸਰਸਾਈਜ਼ ਹੈ। ਜਿਸ ਤਰੀਕੇ ਨਾਲ ਦੋਸ਼ ਪੱਤਰ ਦਾਇਰ ਕੀਤਾ ਗਿਆ ਵਾ ਉਹਦੇ 'ਚ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਹੈ। ਸੰਧੂ ਸਾਹਿਬ ਜੋ ਕੁਛ ਹੋਇਆ ਸੀ ਬਹੁਤ ਮਾੜਾ ਹੋਇਆ ਸੀਗਾ। ਫੈਸਲੇ ਵੀ ਇਹਦੇ ਆਉਣ ਦੀ ਉਮੀਦ ਸੀ ਕਿਉਂਕਿ ਸਰਕਾਰ ਉਹਨੂੰ ਹਰ ਤਰ੍ਹਾਂ ਬਚਾਉਣਾ ਚਾਹੁੰਦੀ ਸੀਗੀ। ਪਰ ਮੈਂ ਤਾਂ ਇੱਕ ਗੱਲ ਕਹੂੰਗਾ, ਜ਼ੁਲਮ ਪਹਿਲਾਂ ਵੀ ਹੋਇਆ, ਹੋਰ ਵੀ ਹੋਣੇ ਗਾ, ਪਰ ਅੰਧ ਭਗਤਾਂ ਨੂੰ ਇਸ ਥੋੜ੍ਹਾ ਸੋਚਣ ਦੀ ਲੋੜ ਹੈ। ਸੋ ਲੋੜ ਹੈ ਇਹਨਾਂ ਅੰਧ ਭਗਤਾਂ ਨੂੰ ਜਗਾਉਣ ਦੀ ਲੋੜ ਹੈ, ਜਾਗਣ ਦੀ ਲੋੜ ਹੈ। ਉੱਥੇ ਕਿਹਾ ਗਿਆ ਈਵਨ ਪੰਜਾਬ 'ਚ ਤਾਂ ਅਸੀਂ ਕਾਂਗਰਸ ਰਾਜ ਵੇਲੇ ਵੇਖੋ ਥਾਣੇਦਾਰ ਦੀ ਬਿਟੀਆ ਨਾਲ ਹੋਇਆ ਸੀ, ਤੁਹਾਨੂੰ ਯਾਦ ਹੈ, ਤੇ ਵਿਚਾਰੀ ਰੋਂਦਾ ਰਿਹਾ ਥਾਣੇਦਾਰ ਕਿ ਮੈਂ ਬਚਾਉਣ ਵਾਲਾ ਤੇ ਮੇਰੀ ਬਿਟੀਆ ਨਾਲ ਇਹ ਕੁਝ ਹੋ ਗਿਆ। ਉੱਥੇ ਵੀ ਇਹਨੂੰ ਚੁੱਕਿਆ ਨਹੀਂ ਗਿਆ। ਉਸ ਲਈ ਕਿਹਾ ਜਾਂਦਾ ਕਿ ਉਹਦੀ ਪਰਸਨਲ ਲਾਈਫ ਆ, ਪਰਸਨਲ ਲਾਈਫ ਟੱਚ ਨਹੀਂ ਕਰਾਂਗੇ। ਮੇਨ ਬੰਦੇ ਨੂੰ ਮਿਲਿਆ ਵੇ ਸਾਰਾ ਪਰਿਵਾਰ ਤੇ ਉਹ ਕੁੜੀ ਵੀ ਮਿਲੀ ਹੈ, ਉਹਦੇ ਬਾਅਦ ਪਰਿਵਾਰ ਤੇ ਪ੍ਰੈਸ਼ਰ ਪਿਆ ਤੇ ਕੇਸ ਦਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾ ਸਵਾਲ ਤਾਂ ਤੁਹਾਨੂੰ ਕਰਦਾ ਵੀ ਕੀ ਆਪਣੇ ਦੇਸ਼ ਦੇ ਵਿੱਚ ਜਿੱਥੇ ਆਪਾਂ ਰਹਿੰਦੇ ਹਾਂ ਕਾਨੂੰਨ ਸਾਰਿਆਂ ਲਈ ਬਰਾਬਰ ਆ ਜੀ? ਇਹ ਜਿਹੜਾ ਸਿਸਟਮ ਆਜ਼ਾਦੀ ਤੋਂ ਪਹਿਲਾਂ ਸੀ ਨਾ ਅੰਗਰੇਜ਼ਾਂ ਵੇਲੇ, ਉਹ ਚੱਲਣ ਦਾ ਲਾਗੂ ਹੋ ਗਿਆ ਮੇਰੇ ਹਿਸਾਬ ਨਾਲ। ਕਿਤੇ ਜਾਣ ਬੁੱਝ ਕੇ ਜਾਂ ਰੰਜਿਸ਼ ਦੇ ਤਹਿਤ ਕਿਸੇ ਲਈ ਇਸ਼ਾਰਾ ਕਰਦੇ ਨਾ ਵੀ ਮਤਲਬ ਆਹ ਬੰਦੇ ਨੇ ਜਾਂ ਮੈਨੂੰ ਹਰਾਸਮੈਂਟ ਕੀਤਾ ਜਾਂ ਮੈਨੂੰ ਛੇੜਛਾੜ ਕੀਤੀ ਆ ਤੇ 5 ਮਿੰਟਾਂ 'ਚ ਪੁਲਿਸ ਬਣਾ ਦਿੰਦੀ ਹੈ। ਮਨਾ ਕੇ ਉਹਨੂੰ ਉੱਧਰ ਖੜਦੇ ਇਕੱਲੇ ਨੂੰ ਫੜ ਕੇ ਅੰਦਰ ਤੇ ਉੱਥੋਂ ਪਤਾ ਨਹੀਂ ਕੀ ਕੁਝ ਕਰਕੇ ਲਿਆਉਂਦੇ ਆ, ਪ੍ਰੈਸ ਦੇ ਸਾਹਮਣੇ ਪੇਸ਼ ਕਰਕੇ ਆਖਦੇ ਵੀ ਇਹ ਤਾਂ ਵਾਕਿਆ ਇਹਨੇ ਛੇੜਛਾੜ ਕੀਤੀ, ਇਹਦਾ ਬਲਾਤਕਾਰ ਕਰਨ ਦੀ ਮੂਡ ਦੇ ਵਿੱਚ ਹੀ ਪੂਰੀ ਤਿਆਰੀ ਕਰੀ ਬੈਠਾ ਹੈ। ਪਤਾ ਨਹੀਂ ਉਹ ਵਿਚਾਰਾ ਤਿਆਰੀ ਕਰੀ ਬੈਠਾ ਹੋਵੇ ਕਿ ਨਾ ਬੈਠਾ ਹੋਵੇ। ਇਹ ਗੱਲ ਸੁਣੋ ਵੀ ਆਹ ਅਕਾਲੀ ਦਲ ਹੁਣ ਮਰਿਆ ਪਿਆ, ਕਾਂਗਰਸ ਮਰੀ ਪਈ ਆ, ਹੁਣ ਕੀ ਵੇਲੇ ਆ ਐਡਾ ਕੇਸ ਇਹਨਾਂ ਨੂੰ ਮੁੱਦਾ ਪਿਆ ਉਹ ਲਖਤੀ ਵਾਲਾ, ਜਾ ਕੇ ਉੱਥੇ ਧਰਨੇ ਦੇਣ। ਬਾਦਲ ਸਾਹਿਬ 20 ਸਾਲ ਐਵੇਂ ਨਹੀਂ ਰਾਜ ਕਰ ਗਿਆ, ਉਹਨੇ ਕੈਦ ਕੱਟੀ ਸੀ, ਚਲੋ ਚਾਹੇ ਮਾੜਾ ਚਾਹੇ ਚੰਗਾ। ਇਹ ਉਹ ਜਾ ਕੇ ਸੁਖਬੀਰ ਬੈਠੇਗਾ, ਹੁਣ ਇਹ ਤਾਂ ਇਹਨਾਂ ਦੇ ਝਰੀਟ ਨੇ, ਇਹ ਰਾਜ ਭਾਗ ਦੇ ਇਦੂ ਮੁੰਡਾ ਹੋਰ ਇਹਨਾਂ ਨੂੰ ਕਿਹੜਾ ਲਿਆਊਗਾ? ਇਹਨਾਂ ਦੇ ਬਰਖਲਾਫ ਨਾਸੀ ਧੂੰਆਂ ਲਿਆ ਦੇਣ ਉੱਥੇ, ਹੈ ਜਿਵੇਂ ਕਿਸਾਨਾਂ ਨੇ ਲਿਆਂਦਾ। ਇਹ ਤੇ ਜ਼ੀਰੋ ਟੋਲਰੈਂਸ ਹੋਣੀ ਚਾਹੀਦੀ। ਇਹਦਾ ਛੇਤੀ ਇਹਦੀ ਇਨਕੁਆਇਰੀ ਕਰਕੇ ਤੇ ਛੇਤੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਜਿਹੜੇ ਵਿਕਟਮ ਹੈ ਉਹਨਾਂ ਦੇ ਪੇਰੈਂਟਸ ਨੂੰ ਤੇ ਵਿਕਟਮ ਨੂੰ ਸਕੂਨ ਮਿਲ ਸਕੇ। ਨਮਸਕਾਰ, ਅਸਲਾਮੁਅਲੈਕਮ, ਸਤਿ ਸ਼੍ਰੀ ਅਕਾਲ। ਮੈਂ ਹਾਂ ਕਮਰ ਸੰਧੂ। ਇਸ ਵੇਲੇ ਨਾਰਥ ਅਮਰੀਕਾ 'ਚ ਹੈ ਸ਼ੁੱਕਰਵਾਰ ਦੀ ਸ਼ਾਮ, ਭਾਰਤ 'ਚ ਸ਼ਨੀਚਰਵਾਰ ਦੀ ਸਵੇਰ, ਨਾਨਕਸ਼ਾਹੀ ਸੰਮਤ 555 ਹਾੜ ਦੀ 3 ਤਰੀਕ ਹੈ ਔਰ ਤੁਸੀਂ ਦੇਖ ਰਹੇ ਜੇ ਤੁਹਾਡਾ ਆਪਣਾ ਸ਼ੋਅ ਹੈਲੋ ਗਲੋਬਲ ਪੰਜਾਬ, ਜੋ ਗਲੋਬਲ ਪੰਜਾਬ ਟੀਵੀ ਤੇ ਚੈਨਲ ਪੰਜਾਬੀ ਤੇ ਰੋਜ਼ ਵਾਂਗੂ ਅੱਜ ਵੀ ਲਾਈਵ ਹੈ। ਅਸੀਂ ਇਸ ਵੇਲੇ ਗਲੋਬਲ ਪੰਜਾਬ ਟੀਵੀ ਦੇ ਫੇਸਬੁੱਕ ਪੇਜ ਉੱਪਰ ਵੀ ਲਾਈਵ ਹਾਂ। ਇਹਨੂੰ ਮੇਰੇ ਨਿੱਜੀ ਫੇਸਬੁੱਕ ਪੇਜ ਉੱਪਰ ਕ੍ਰਾਸ ਪੋਸਟ ਵੀ ਕੀਤਾ ਜਾ ਰਿਹਾ ਵਾ। OTT ਪਲੇਟਫਾਰਮ ਜੀਓ TV ਤੇ ਡੇਲੀ ਹੰਟ ਉੱਪਰ ਵੀ ਇਸ ਪ੍ਰੋਗਰਾਮ ਨੂੰ ਤੁਸੀਂ ਦੇਖ ਸਕਦੇ ਜੇ। ਕਾਲ ਇਨ ਸ਼ੋਅ ਆ, ਸੋ ਕਾਲ ਕਰਨ ਵਾਸਤੇ ਜਿਹੜੇ ਨੰਬਰਸ ਨੂੰ ਤੁਸੀਂ ਡਾਇਲ ਕਰਨਾ ਹੈ ਉਹ ਤੁਹਾਡੀ ਸਕਰੀਨ 'ਤੇ ਲਗਾਤਾਰ ਸ਼ੋਅ ਦੇ ਦੌਰਾਨ ਡਿਸਪਲੇ ਹੋਣਗੇ। ਗਲੋਬਲ ਪੰਜਾਬ ਟੀਵੀ ਦੇ ਫੇਸਬੁੱਕ ਪੇਜ ਦੇ ਉੱਪਰ ਵੀ ਤੁਸੀਂ ਆਪਣੀ ਟਿੱਪਣੀ ਕਰ ਸਕਦੇ ਜੇ ਔਰ ਅਸੀਂ ਬਹੁਤ ਸਾਰੇ ਜਿਹੜੇ ਤੁਹਾਡੇ ਕਮੈਂਟਸ ਨੇ ਉਹ ਸ਼ੋਅ ਦੇ ਵਿੱਚ ਸਾਂਝੇ ਵੀ ਕਰਦੇ ਹਾਂ। ਅੱਜ ਆਪਾਂ ਇੱਕ ਵਾਰ ਫਿਰ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪਹਿਲਵਾਨਾਂ ਦੀ ਜੋ ਕਈ ਦੇਰ ਤੋਂ ਲੰਬੇ ਸਮੇਂ ਤੋਂ ਜਿਨਸੀ ਸ਼ੋਸ਼ਣ ਦੇ ਖਿਲਾਫ ਇੱਕ ਜਦੋਜਹਿਦ ਕਰ ਰਹੇ ਨੇ। ਉਹਨਾਂ ਦਾ ਇਲਜ਼ਾਮ ਹੈ ਕਿ ਭਾਰਤੀ ਕੁਸ਼ਤੀ ਸੰਘ ਦੇ ਮੁਖੀ ਤੇ ਕੁਝ ਹੋਰ ਅਧਿਕਾਰੀ ਜਿਹੜੇ ਨੇ ਉਹ ਉਹਨਾਂ ਨੂੰ ਤੰਗ ਕਰਦੇ ਨੇ, ਉਹਨਾਂ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਦੇ ਰਹੇ ਨੇ ਔਰ ਉਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ, ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮਸਲੇ ਨੂੰ ਲੈ ਕੇ 7 ਮਹਿਲਾ ਪਹਿਲਵਾਨਾਂ ਨੇ ਦਿੱਲੀ ਪੁਲਿਸ ਨੂੰ ਸ਼ਿਕਾਇਤ ਦਰਜ ਕੀਤੀ ਸੀ ਔਰ ਉਹਦੇ ਉੱਪਰ ਵੀਰਵਾਰ ਨੂੰ
ਦਿੱਲੀ ਪੁਲਿਸ ਨੇ ਕੋਰਟ ਦੇ ਵਿੱਚ ਆਪਣੀ ਚਾਰਜਸ਼ੀਟ ਦੋਸ਼ ਪੱਤਰ ਜਿਹੜਾ ਵਾ ਉਹ ਦਾਇਰ ਕੀਤਾ ਵਾ। ਇਹ ਦੋਸ਼ ਪੱਤਰ ਜਿਹੜਾ ਵਾ ਇਹ ਕੁਸ਼ਤੀ ਸੰਘ ਦੇ ਮੁਖੀ, ਮੁੱਖ ਤੌਰ 'ਤੇ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਹੈ। ਇਸ ਦੋਸ਼ ਪੱਤਰ ਜਿਹੜਾ ਕੋਰਟ ਦੇ ਵਿੱਚ ਦਾਇਰ ਕੀਤਾ ਗਿਆ ਵਾ ਉਹਦੇ ਦੋ ਪਹਿਲੂ ਨੇ। ਇਹ 7 ਪਹਿਲਵਾਨਾਂ ਦੇ ਵਿੱਚੋਂ 7 ਰੈਸਲਰਸ ਦੇ ਵਿੱਚੋਂ ਇੱਕ ਨਾਬਾਲਿਗ ਮਹਿਲਾ ਪਹਿਲਵਾਨ ਸੀ। ਉਹਨੇ ਪਹਿਲੋਂ ਦੋਸ਼ ਲਾਇਆ, ਫਿਰ ਦੋਸ਼ ਨੂੰ ਵਾਪਸ ਲੈ ਲਿਆ। ਸੋ ਇੱਕ ਤੇ ਇਸ ਦੋਸ਼ ਪੱਤਰ ਦੇ ਵਿੱਚ ਕਿਹਾ ਗਿਆ ਵਾ ਕਿ ਜਿਹੜਾ ਨਾਬਾਲਿਗ ਪਹਿਲਵਾਨ ਨੇ ਦੋਸ਼ ਜਿਹੜਾ ਵਾ ਵਾਪਸ ਲੈ ਲਿਆ ਵਾ, ਉਸ ਦੋਸ਼ ਨੂੰ ਰੱਦ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਸ ਮਸਲੇ ਨੂੰ ਲੈ ਕੇ ਅਗਲੀ ਸੁਣਵਾਈ ਕੋਰਟ ਦੇ ਵਿੱਚ 4 ਜੁਲਾਈ ਨੂੰ ਆ। ਬਾਕੀ ਜਿਹੜੇ 6 ਮਹਿਲਾ ਪਹਿਲਵਾਨਾਂ ਦੇ ਜਿਹੜੇ ਦੋਸ਼ ਸਨ ਉਹਨਾਂ ਨੂੰ ਪੁਲਿਸ ਨੇ ਸਹੀ ਠਹਿਰਾਇਆ ਵਾ ਔਰ IPC ਦੀ ਧਾਰਾ 354 ਦੇ ਤਹਿਤ ਬ੍ਰਿਜ ਭੂਸ਼ਣ ਸਿੰਘ ਤੇ ਉਹਦੇ 1-2 ਸਾਥੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਸਿਫਾਰਿਸ਼ ਇਸ ਦੋਸ਼ ਪੱਤਰ ਦੇ ਵਿੱਚ ਦਿੱਲੀ ਪੁਲਿਸ ਨੇ ਕੀਤੀ ਹੈ। ਦਿੱਲੀ ਪੁਲਿਸ ਦਾ ਕਹਿਣਾ ਵਾ ਕਿ ਇਹ ਬੜਾ ਵਾਟਰ ਟਾਈਟ ਕੇਸ, ਤਫਤੀਸ਼ ਦੇ ਬਾਅਦ ਇਹ ਵਾਟਰ ਟਾਈਟ ਕੇਸ ਬਣਾਇਆ ਗਿਆ ਵਾ ਔਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਤੇ ਉਹਨਾਂ ਦੇ ਪਾਰਟਿਕੂਲਰਲੀ ਇੱਕ ਸਾਥੀ ਜਿਹੜੇ ਨੇ ਸਹਾਇਕ ਸਕੱਤਰ ਜਿਨ੍ਹਾਂ ਦੇ ਖਿਲਾਫ ਜਿਨ੍ਹਾਂ ਨੂੰ ਪਹਿਲੋਂ ਸਸਪੈਂਡ ਕੀਤਾ ਗਿਆ ਸੀ, ਵਿਨੋਦ ਤੋਮਰ, ਉਹਨਾਂ ਦਾ ਇਸ ਕੇਸ ਦੇ ਵਿੱਚ ਬਚਣਾ ਮੁਸ਼ਕਿਲ ਆ, ਉਹਨਾਂ ਨੂੰ ਸਜ਼ਾ ਹੋਣੀ ਯਕੀਨੀ ਆ। ਲੇਕਿਨ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਵਾ ਕਿ ਇਹ ਇੱਕ ਕਵਰ ਅਪ ਐਕਸਰਸਾਈਜ਼ ਹੈ। ਜਿਸ ਤਰੀਕੇ ਨਾਲ ਦੋਸ਼ ਪੱਤਰ ਦਾਇਰ ਕੀਤਾ ਗਿਆ ਵਾ ਉਹਦੇ 'ਚ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਹੈ। ਬ੍ਰਿਜ ਭੂਸ਼ਣ ਸ਼ਰਨ ਸਿੰਘ ਭਾਜਪਾ ਦੇ ਮੈਂਬਰ ਪਾਰਲੀਮੈਂਟ ਵੀ ਇਸ ਵੇਲੇ ਨੇ। ਅੱਜ ਆਪਾਂ ਗੱਲ ਕਰਾਂਗੇ ਕਿ ਕੀ ਇਹ ਦੋਸ਼ ਪੱਤਰ ਜਿਹੜਾ ਵਾ ਸਹੀ ਤਫਤੀਸ਼ ਦੇ ਬਾਅਦ, ਸਾਰਥਕ ਤਫਤੀਸ਼ ਦੇ ਬਾਅਦ ਬਣਾਇਆ ਗਿਆ ਵਾ ਜਾਂ ਫਿਰ ਇਹ ਕੁਸ਼ਤੀ ਸੰਘ ਦੇ ਮੁਖੀ ਨੂੰ ਇੱਕ ਬਚਾਉਣ ਦਾ ਉਪਰਾਲਾ ਵਾ। ਇਹਦੇ ਉੱਪਰ ਆਪਾਂ ਗੱਲਬਾਤ ਕਰਾਂਗੇ। ਕੇਸ ਜਿਹੜਾ ਵਾ ਕੋਰਟ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਦੋਸ਼ ਪੱਤਰ ਜਿਹੜਾ ਵਾ ਉੱਤੇ ਡਿਸਕਸ਼ਨ ਹੋਊਗੀ। 22 ਤਰੀਕ ਰੱਖੀ ਗਈ ਆ ਔਰ ਨਾਬਾਲਿਗ ਦੀ ਕੰਪਲੇਂਟ ਜਿਹੜੀ ਆ ਉਹ 4 ਜੁਲਾਈ ਨੂੰ ਉਹਦੇ ਉੱਪਰ ਸੁਣਵਾਈ ਹੋਊਗੀ ਕਿ ਪੁਲਿਸ ਦੀ ਜਿਹੜੀ ਕਲੋਜ਼ਰ ਰਿਪੋਰਟ ਹੈ, ਸਮਾਪਤੀ ਰਿਪੋਰਟ ਜਿਹੜੀ ਆ ਉਹਨੂੰ ਕੋਰਟ ਐਕਸੈਪਟ ਕਰਦਾ ਜਾਂ ਨਹੀਂ ਕਰਦਾ। ਕਿਉਂਕਿ ਬਾਕੀ ਪਹਿਲਵਾਨਾਂ ਦਾ ਇਲਜ਼ਾਮ ਆ ਕਿ ਇਸ ਮਾਈਨਰ ਦੇ ਉੱਪਰ, ਨਾਬਾਲਿਗ ਦੇ ਉੱਪਰ ਔਰ ਇਹ ਪਰਿਵਾਰ ਦੇ ਉੱਪਰ ਪ੍ਰੈਸ਼ਰ ਪਾ ਕੇ ਉਹ ਕੰਪਲੇਂਟ ਜਿਹੜੀ ਆ ਵਾਪਸ ਲਈ ਗਈ ਆ। ਕੀ ਸੱਚ ਆ ਇਹ ਤਾਂ ਬਾਅਦ 'ਚ ਹੀ ਪਤਾ ਲੱਗੂਗਾ। ਲੇਕਿਨ ਇਸ ਵੇਲੇ ਇਹ 1500 ਪੇਜ ਦੀ ਜਿਹੜੀ ਦੋਸ਼ ਪੱਤਰ ਜਿਹੜਾ ਕੋਰਟ ਦੇ ਵਿੱਚ ਦਾਇਰ ਕੀਤਾ ਗਿਆ ਵਾ, ਇਹ ਇੱਕ ਵਿਚਾਰ ਦਾ ਵਿਸ਼ਾ ਵਾ ਔਰ ਆਪਾਂ ਵੀ ਇਹਦੇ ਬਾਰੇ ਵਿਚਾਰ ਅੱਜ ਕਰਾਂਗੇ। ਪਹਿਲਵਾਨਾਂ ਨੇ ਕਿਹਾ ਵਾ ਕਿ ਉਹ ਇਸ 1500 ਪੇਜ ਦੇ ਦੋਸ਼ ਪੱਤਰ ਨੂੰ ਸਟੱਡੀ ਕਰ ਰਹੇ ਨੇ ਔਰ ਫਿਰ ਆਪਣੀ ਅਗਲੀ ਰਣਨੀਤੀ ਜਿਹੜੀ ਆ ਉਹ ਡਿਸਾਈਡ ਕਰਨਗੇ। ਕਾਂਗਰਸ ਨੇ ਔਰ ਬਾਕੀ ਵਿਰੋਧੀ ਪਾਰਟੀਆਂ ਨੇ ਇਸ ਦੋਸ਼ ਪੱਤਰ ਦੀ ਸਖਤ ਆਲੋਚਨਾ ਕੀਤੀ ਆ। ਉਹਨਾਂ ਨੇ ਕਿਹਾ ਕਿ ਇਹਦੇ 'ਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਜੋ ਉਹਨਾਂ ਦਾ ਭਾਜਪਾ ਦਾ ਮੈਂਬਰ ਪਾਰਲੀਮੈਂਟ, ਉਹਨੂੰ ਬਚਾਉਣ ਦੀ ਕੋਸ਼ਿਸ਼ ਹੈ ਔਰ ਉਹਨਾਂ ਨੇ ਕਿਹਾ ਵਾ ਕਿ ਭਾਜਪਾ ਦਾ ਹੁਣ ਨਵਾਂ ਨਾਰਾ ਵਾ ਕਿ ਬੇਟੀ ਡਰਾਓ ਔਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਬਚਾਓ। ਲੇਕਿਨ ਭਾਜਪਾ ਨੇ ਇਹਨਾਂ ਆਰੋਪਾਂ ਦੀ ਸਖਤ ਖੰਡਨਾ ਕੀਤੀ ਆ। ਉਹਨਾਂ ਕਿਹਾ ਵਾ ਕਿ ਇਹ ਸਭ ਗਲਤ ਆ, ਬਹੁਤ ਵਧੀਆ ਦੋਸ਼ ਪੱਤਰ ਦਾਇਰ ਹੋਇਆ ਵਾ ਔਰ ਇਨਸਾਫ ਜਿਹੜਾ ਵਾ ਪਹਿਲਵਾਨਾਂ ਨੂੰ ਜ਼ਰੂਰ ਮਿਲੇਗਾ। ਜੇ ਕੋਈ ਗਿਲਟੀ ਹੈ ਤਾਂ ਉਹਨੂੰ ਸਜ਼ਾ ਵੀ ਜ਼ਰੂਰ ਮਿਲੂਗੀ। ਇਹਦੇ 'ਚ ਹੁਣ ਇਸ਼ੂ ਇਹ ਹੈਗਾ ਕਿ ਇਹ ਦੋਸ਼ ਪੱਤਰ ਜਿਹੜਾ ਵਾ ਇਹ ਵਾਕਈ ਕੋਰਟ ਦੇ ਵਿੱਚ ਸਟੈਂਡ ਕਰੂਗਾ ਜਾਂ ਨਹੀਂ। ਬੇਸਿਕਲੀ ਦੋਸ਼ ਪੱਤਰ ਪਹਿਲਵਾਨਾਂ ਦੇ ਸਟੇਟਮੈਂਟਸ ਦੇ ਉੱਪਰ ਆ। ਪਹਿਲਵਾਨਾਂ ਨੇ ਸਟੇਟਮੈਂਟਸ ਦਿੱਤੀਆਂ ਸੀ ਕਿ ਉਹਨਾਂ ਨਾਲ ਛੇੜਛਾੜ ਹੋਈ, ਉਹਨਾਂ ਦਾ ਪਿੱਛਾ ਕੀਤਾ ਗਿਆ, ਉਹਨਾਂ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਗਲਤ ਤਰੀਕੇ ਨਾਲ ਉਹਨਾਂ ਨੂੰ ਟੱਚ ਕੀਤਾ ਗਿਆ। ਇਹ ਉਹਨਾਂ ਦਾ ਦੋਸ਼ ਆ ਔਰ ਇਹਦੇ ਵਿੱਚ ਬਹੁਤ ਸਾਰੇ ਕੋਚਿਜ਼ ਔਰ ਉਹਨਾਂ ਦੇ ਹੋਰ ਸਾਥੀਆਂ ਦੇ ਬਿਆਨ ਵੀ ਦਰਜ ਨੇ। ਲੇਕਿਨ ਤਕਨੀਕੀ ਪੱਖੋਂ ਇਹ ਦੋਸ਼ ਪੱਤਰ ਕਾਫੀ ਕਮਜ਼ੋਰ ਨਜ਼ਰ ਆਉਂਦਾ ਵਾ ਕਿਉਂਕਿ ਇਹਦੇ 'ਚ ਨਾ ਤਾਂ ਕੋਈ ਰਿਕਵਰੀ ਦਿਖਾਈ ਗਈ ਹੈ, ਨਾ ਇਹਦੇ 'ਚ ਕੋਈ ਵੀਡੀਓ ਐਵੀਡੈਂਸ ਆ ਔਰ ਨਾ ਹੀ ਕੋਈ ਬਹੁਤੀਆਂ ਕਾਲ ਡਿਟੇਲਸ ਵੀ ਹੈ। ਸਿਰਫ ਪਿਛਲੇ 1 ਸਾਲ ਦੀਆਂ ਕਾਲ ਡਿਟੇਲਸ ਨੇ। ਇਹ ਜਿਹੜੀਆਂ ਐਲੀਗੇਸ਼ਨਸ ਆ, ਜਿਹੜੇ ਆਰੋਪ ਨੇ, ਇਹ ਪੁਰਾਣੇ ਨੇ, ਉਦੋਂ ਦੀ ਕੋਈ ਕਾਲ ਡਿਟੇਲਸ ਨਹੀਂ। ਸੋ ਇਹਨਾਂ ਨੂੰ ਸਾਬਤ ਕਰਨਾ ਕਾਫੀ ਮੁਸ਼ਕਿਲ ਹੋਵੇਗਾ। ਸੋ ਇਸ ਕਰਕੇ ਟੈਕਨੀਕਲ ਪਰਪਸਿਸ ਨੂੰ ਵੱਲ ਜੋ ਦੇਖੀਏ ਤੇ ਇਹ ਦੋਸ਼ ਪੱਤਰ ਜਿਹੜਾ ਵਾ ਕਾਫੀ ਕਮਜ਼ੋਰ ਹੈ। ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ 3 ਧਾਰਾਵਾਂ ਲਾਈਆਂ ਗਈਆਂ ਨੇ, 354, 354A ਤੇ 354D।
ਮੈਕਸਿਮਮ ਪਨਿਸ਼ਮੈਂਟ ਜਿਹੜੀ ਹੈ ਇਹਨਾਂ ਧਾਰਾਂ ਦੇ ਖਿਲਾਫ, ਜੇ ਵਾਕਈ ਬ੍ਰਿਜ ਭੂਸ਼ਣ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਜੇ ਦੋਸ਼ੀ ਪਾਏ ਜਾਂਦੇ ਨੇ ਤਾਂ ਉਹਨਾਂ ਨੂੰ 5 ਸਾਲ ਦੀ ਸਜ਼ਾ ਵਾ। ਇਹਨਾਂ ਦੋਸ਼ਾਂ ਦੇ ਖਿਲਾਫ ਇਹਨਾਂ ਜਿਹੜੇ ਧਾਰਾਂ ਨੇ ਇਹਨਾਂ ਦੇ ਤਹਿਤ 2013 ਤੋਂ ਪਹਿਲਾਂ ਸਜ਼ਾ ਹੁੰਦੀ ਸੀ ਸਿਰਫ 2 ਸਾਲ, ਫਿਰ 3 ਸਾਲ ਵਧੀ, ਲੇਕਿਨ ਹੁਣ 5 ਸਾਲ ਆ। ਪਹਿਲਵਾਨ ਲਗਾਤਾਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਰਹੇ ਨੇ, ਗ੍ਰਿਫਤਾਰ ਪੁਲਿਸ ਨੇ ਉਹਨੂੰ ਨਹੀਂ ਕੀਤਾ ਔਰ ਪੁਲਿਸ ਦਾ ਕਹਿਣਾ ਵਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਮੁਤਾਬਕ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਕਿਉਂਕਿ ਮੈਕਸਿਮਮ ਪਨਿਸ਼ਮੈਂਟ ਇਹਨਾਂ ਦੋਸ਼ਾਂ ਦੇ ਇਹਨਾਂ ਧਾਰਾਂ ਦੇ ਤਹਿਤ ਹੈਗੀ ਹੈ 5 ਸਾਲ। ਔਰ ਸੁਪਰੀਮ ਕੋਰਟ ਨੇ ਅਰਨੀਸ਼ ਕੁਮਾਰ ਵਰਸਸ ਸਟੇਟ ਆਫ ਬਿਹਾਰ ਕੇਸ ਦੇ ਵਿੱਚ ਕਿਹਾ ਸੀ ਕਿ ਜੇ ਮੈਕਸਿਮਮ ਪਨਿਸ਼ਮੈਂਟ ਕਿਸੇ ਵੀ ਕੇਸ ਦੀ 7 ਸਾਲ ਤੋਂ ਘੱਟ ਆ ਤੇ ਫਿਰ ਗ੍ਰਿਫਤਾਰੀ ਲਾਜ਼ਮੀ ਨਹੀਂ, ਔਰ ਇਸ ਕਰਕੇ ਉਹਨਾਂ ਨੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ। ਪਰ ਕੀ ਇਹ ਜਿਹੜੀ ਸੁਪਰੀਮ ਕੋਰਟ ਦੀ ਜੱਜਮੈਂਟ ਆ ਇਹ ਸਿਰਫ ਇਸ ਕੇਸ ਵਾਸਤੇ ਆ ਕਿ ਇਹ ਬਾਕੀ ਕੇਸਾਂ ਦੇ ਵਿੱਚ ਇਹਨੂੰ ਅਪਲਾਈ ਕੀਤਾ ਜਾਂਦਾ ਵਾ? ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਖੈਰ, ਬਹੁਤ ਸਾਰੇ ਮਸਲੇ ਆ ਜਿਨ੍ਹਾਂ 'ਤੇ ਆਪਾਂ ਵਿਚਾਰ ਚਰਚਾ ਕਰਾਂਗੇ, ਪਰ ਮੁੱਖ ਮਸਲਾ ਇਹ ਵਾ ਕਿ ਜਿਹੜਾ ਦੋਸ਼ ਪੱਤਰ 1500 ਪੇਜ ਦਾ ਦੋਸ਼ ਪੱਤਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਦਿੱਲੀ ਪੁਲਿਸ ਨੇ ਦਾਇਰ ਕੀਤਾ ਵਾ, ਉਹ ਇੱਕ ਸਹੀ ਤਫਤੀਸ਼ ਦੇ ਬਾਅਦ ਦਾਇਰ ਕੀਤਾ ਗਿਆ ਵਾ ਜਾਂ ਉਹਨੂੰ ਬਚਾਉਣ ਦੀ ਕੋਸ਼ਿਸ਼ ਹੈ। ਵਿਲ ਟੇਕ ਦੀ ਫਸਟ ਕਾਲ, ਦੇਖਦੇ ਹਾਂ ਪਹਿਲੇ ਕਾਲਰ ਕੀ ਕਹਿੰਦੇ ਆ। ਹੈਲੋ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ। ਪਿਆਰਾ ਸਿੰਘ। ਸਤਿ ਸ਼੍ਰੀ ਅਕਾਲ ਪਿਆਰਾ ਸਿੰਘ ਜੀ। ਸੰਧੂ ਸਾਹਿਬ, ਜੋ ਕੁਝ ਹੋਇਆ ਸੀਗਾ ਬਹੁਤ ਮਾੜਾ ਹੋਇਆ ਸੀਗਾ। ਫੈਸਲੇ ਵੀ ਇਹਦੇ ਆਉਣ ਦੀ ਉਮੀਦ ਸੀ ਕਿਉਂਕਿ ਸਰਕਾਰ ਉਹਨੂੰ ਹਰ ਤਰ੍ਹਾਂ ਬਚਾਉਣਾ ਚਾਹੁੰਦੀ ਸੀਗੀ। ਪਰ ਮੈਂ ਤਾਂ ਇੱਕ ਗੱਲ ਕਹੂੰਗਾ, ਜ਼ੁਲਮ ਪਹਿਲਾਂ ਵੀ ਹੋਏ ਆ, ਹੋਰ ਵੀ ਹੋਣੇ ਗਾ, ਪਰ ਅੰਧ ਭਗਤਾਂ ਨੂੰ ਇਸ ਥੋੜਾ ਸੋਚਣ ਦੀ ਲੋੜ ਹੈ। ਜਾਂ ਤਾਂ ਉਹਨਾਂ ਦੇ ਘਰ ਧੀਆਂ ਜੰਮੀਆਂ ਨਹੀਂ, ਜੇ ਜੰਮੀਆਂ ਤਾਂ ਉਹਨਾਂ ਦੀ ਇੱਜ਼ਤ ਦਾ ਉਹਨੂੰ ਪਤਾ ਨਹੀਂ ਹੈਗਾ, ਤੇ ਸ਼ਾਇਦ ਇਸੇ ਕਰਕੇ ਹੀ ਸਾਡਾ ਮੁਲਕ ਇਸ ਪਾਸੇ ਨੂੰ ਜਾ ਰਿਹਾ। ਤੁਸੀਂ ਕਿੱਧਰ ਨੂੰ ਜਾਓਗੇ, ਕਿੱਥੇ ਕਿੱਥੇ ਆਪਣੇ ਲੜਕੇ ਨੂੰ ਬਚਾ ਲਓਗੇ, ਘਰਾਂ ਦੇ ਅੰਦਰ ਬੰਦ ਕਰ ਰੱਖ ਲਓਗੇ, ਕਿ ਸਕੂਲੇ ਨਹੀਂ ਭੇਜੋਗੇ? ਸੋ ਲੋੜ ਹੈ ਇਹਨਾਂ ਅੰਧ ਭਗਤਾਂ ਨੂੰ ਜਗਾਉਣ ਦੀ ਲੋੜ ਹੈ, ਜਾਗਣ ਦੀ ਲੋੜ ਆ, ਤਾਂ ਕਿ ਇਹਨਾਂ ਨੂੰ ਕੋਈ ਲੜਕੇ ਦੀ ਇੱਜ਼ਤ ਦਾ ਪਤਾ ਲੱਗੇ, ਦੇਸ਼ ਬਚਦਾ ਰਹਿ ਜਾਏ, ਨਹੀਂ ਤਾਂ ਹਾਲਾਤ ਚੰਗੇ ਨਹੀਂ ਹੈਗੇ। ਧੰਨਵਾਦ। ਅੰਧ ਭਗਤ ਜਿਹੜੇ ਨੇ ਉਹਨਾਂ ਨੂੰ ਹੋਸ਼ 'ਚ ਆਉਣਾ ਚਾਹੀਦਾ ਵਾ, ਉਹਨੂੰ ਜਗਾਉਣ ਦੀ ਲੋੜ ਆ, ਨਹੀਂ ਤੇ ਸਾਡੀਆਂ ਬੇਟੀਆਂ ਮਹਿਫੂਜ਼ ਨਹੀਂ। ਪਿਆਰਾ ਸਿੰਘ ਦਾ ਇਹ ਵਿਚਾਰ ਆ। ਪ੍ਰਗਟ ਸਿੰਘ ਬੱਲ, ਦਵਿੰਦਰ ਲੋਪੋਂ, ਲਖਵੀਰ ਸਿੰਘ, ਦਲਜੀਤ ਸੰਧੂ ਵੀ ਸਾਡੇ ਨਾਲ ਫੇਸਬੁੱਕ ਤੇ ਜੁੜ ਗਏ ਨੇ, ਉਹਨਾਂ ਦਾ ਸਵਾਗਤ ਹੈ। ਲਖਵੀਰ ਸਿੰਘ ਕਹਿ ਰਹੇ ਨੇ ਕੁਝ ਨਹੀਂ ਹੋਣਾ, ਮਸਲਾ ਜਿਹੜਾ ਵਾ ਇਹ ਠੰਡਾ ਪੈ ਜਾਣਾ ਵਾ, ਨਹੀਂ ਤੇ ਜੇ ਗ੍ਰਿਫਤਾਰੀ ਹੁੰਦੀ ਤੇ ਫਿਰ ਲੱਗਦਾ ਸੀ ਵੀ ਮਸਲਾ ਜਿਹੜਾ ਵਾ ਸਹੀ ਦਿਸ਼ਾ ਦੇ ਵਿੱਚ ਜਾ ਰਿਹਾ। ਦਰਸ਼ਨ ਧਾਲੀਵਾਲ ਕਹਿ ਰਹੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪੁਲਿਸ ਜਿਹੜੀ ਆ ਸਿਆਸੀ ਲੀਡਰਾਂ ਦੇ ਦਬਾਅ ਥੱਲੇ ਕੰਮ ਕਰਦੀ ਆ। ਇਹ ਜਿਹੜਾ ਦੋਸ਼ੀ ਆ, ਮੁਜਰਮ ਆ, ਇਹ ਸਿਆਸੀ ਪਾਰਟੀ ਦਾ MP ਆ, ਔਰ ਪੁਲਿਸ ਜਿਹੜੀ ਆ ਉਹ ਸਿਆਸੀ ਪਾਰਟੀ ਦੇ ਥੱਲੇ ਹੀ ਕੰਮ ਕਰਦੀ ਆ, ਇਨਸਾਫ ਦੀ ਕੋਈ ਆਸ ਨਹੀਂ। ਵਿਲ ਟੇਕ ਦੀ ਨੈਕਸਟ ਕਾਲ, ਦੇਖਦੇ ਅਗਲੇ ਕਾਲਰ ਇਸ ਗੱਲ ਨਾਲ ਸਹਿਮਤ ਹਨ ਕਿ ਨਹੀਂ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਲਹੋਤਰਾ ਜੀ। ਅਰਜ਼ ਇਹ ਹੈ ਜੀ ਕਿ ਇਹ ਖਾਲੀ ਪੰਜਾਬ ਜਾਂ ਦਿੱਲੀ 'ਚ ਨਹੀਂ ਹੋ ਰਿਹਾ। ਅਗਰ ਤੁਸੀਂ ਬੰਗਾਲ 'ਚ ਸਟੱਡੀ ਕਰੋ, UP 'ਚ ਕਰੋ, ਉੱਥੇ ਸਾਰੇ ਵਾਰਦਾ ਉੱਥੇ ਦੇ ਗੱਲਾਂ ਆਊਟ ਵੀ ਨਹੀਂ ਹੋਈਆਂ, ਮਾੜਾ ਮੋਟਾ ਪੇਪਰ ਆਇਆ ਤੇ ਉਹ ਗੱਲਾਂ ਹੀ ਦਬ ਗਈਆਂ। ਇਹੋ ਜਿਹੇ ਕੇਸ ਕਈ ਜਗ੍ਹਾ ਹੋਏ ਆ। ਉੱਥੇ ਕਿਹਾ ਗਿਆ, ਈਵਨ ਪੰਜਾਬ 'ਚ ਤਾਂ ਅਸੀਂ ਕਾਂਗਰਸ ਰਾਜ ਵੇਲੇ ਵੇਖੋ ਇੱਕ ਥਾਣੇਦਾਰ ਦੀ ਬਿਟੀਆ ਨਾਲ ਹੋਇਆ ਸੀ, ਤੁਹਾਨੂੰ ਯਾਦ ਹੈ, ਤੇ ਵਿਚਾਰੀ ਰੋਂਦਾ ਰਿਹਾ ਥਾਣੇਦਾਰ ਕਿ ਮੈਂ ਬਚਾਉਣ ਵਾਲਾ ਤੇ ਮੇਰੀ ਬਿਟੀਆ ਨਾਲ ਇਹ ਕੁਝ ਹੋ ਗਿਆ। ਉੱਥੇ ਵੀ ਇਹਨੂੰ ਚੁੱਕਿਆ ਨਹੀਂ ਗਿਆ। ਉਸ ਲਈ ਕਿਹਾ ਜਾਂਦਾ ਕਿ ਉਹਦੀ ਪਰਸਨਲ ਲਾਈਫ ਹੈ, ਪਰਸਨਲ ਲਾਈਫ ਟੱਚ ਨਹੀਂ ਕਰਾਂਗੇ। ਹੁਣ ਰਹਿ ਗਈ ਗੱਲ ਇਹਦੀ, ਜਿਹੜਾ ਇਸ ਵੇਲੇ ਕਰੰਟ ਕੇਸ ਹੈ, ਇਹਦੇ 'ਚ ਇੱਕ ਜੀ ਦੋਸ਼ ਜਿਹੜਾ ਇਹਨਾਂ ਨੇ ਵਾਪਸ ਦਵਾਇਆ ਨਾਬਾਲਗ ਦਾ, ਉਹ ਕੇਸ 'ਚ ਬਹੁਤ ਬੁਰੀ ਤਰ੍ਹਾਂ ਫਸ ਸਕਦਾ ਸੀ ਤੇ ਇਹਨੂੰ ਇਮੀਡੀਏਟਲੀ ਅਰੈਸਟ ਵੀ ਪੈਂਦੀ ਸੀ। ਇਹਨਾਂ ਨੇ ਪ੍ਰੈਸ਼ਰਾਈਜ਼ ਕਿੱਦਾਂ ਪੇਪਰਾਂ 'ਚ ਆਮ ਆਇਆ ਕਿ ਉਹ ਕਿਸੇ ਸੈਂਟਰ ਦੇ ਬੜੇ ਮੇਨ ਬੰਦੇ ਨੂੰ ਮਿਲਿਆ ਵੇ, ਸਾਰਾ ਪਰਿਵਾਰ ਤੇ ਕੁੜੀ ਵੀ ਮਿਲੀ ਹੈ, ਉਹਦੇ ਬਾਅਦ ਪਰਿਵਾਰ ਤੇ ਪ੍ਰੈਸ਼ਰ ਪਿਆ ਤੇ ਉਹ ਕੇਸ ਬਦਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਮਤਲਬ ਕਹਿਣ ਦਾ ਇਹ ਹੈ ਜੀ, ਇਹ ਕਹਿਣ ਦਾ ਮਤਲਬ ਕਿ ਇਹ ਸਰਟੀਫਿਕੇਟ ਹਰ ਇੱਕ ਸਟੇਟ ਵਾਲੇ ਵੀ ਦਿੰਦੇ ਆ ਤੇ ਸੈਂਟਰ ਵਾਲੇ ਵੀ ਦਿੰਦੇ ਆ। ਰਾਈਟ, ਦੋ ਚੀਜ਼ਾਂ ਤਿੰਨ ਚੀਜ਼ਾਂ ਨਜ਼ਰ ਆਉਂਦੀਆਂ ਸੈਂਟਰ ਨੂੰ ਜੀ। ਇੱਕ ਤੇ ਇਹ ਕੇਸ ਜਿਹੜਾ ਕੇਸ ਬਹੁਤ ਜਗ੍ਹਾ ਇਹਨਾਂ ਕੋ ਬਦਨਾਮ ਕਰੇਗਾ ਕਿ ਇਹਨਾਂ ਨੂੰ ਬਹੁਤ ਫਰਕ ਹੈ। ਇਹ ਕੇਸ ਐਕਸਟ੍ਰੀਮ ਦਾ ਕੇਸ ਤੇ ਇੱਕ ਦਾ ਹੋਰ ਕੇਸ ਹੈਗਾ ਜਿਹੜਾ ਕਿ ਰੇਲ ਸੈਂਟਰ ਨੂੰ ਬਹੁਤ ਜ਼ਬਰਦਸਤ ਸਮਝ ਦਵਾਏਗਾ ਕਿ ਇਹਨਾਂ ਨੂੰ ਮਤਲਬ ਇੰਨਾ ਈਜ਼ੀ ਹੋਏਗਾ ਜਿੱਤਣਾ, ਜਿੱਤਣਗੇ ਤੇ ਬਹੁਤ ਔਖਾ ਜਿੱਤਣਗੇ, ਉਹਦੇ ਨਾਲ ਫਰਕ ਪਏਗਾ ਸਾਲ ਦੀ ਇਲੈਕਸ਼ਨ। ਥੈਂਕ ਯੂ ਜੀ, ਮਿਹਰਬਾਨੀ, ਥੈਂਕ ਯੂ। ਮਨਜੀਤ ਸੁਰਖਾਂ ਵੀ ਸਾਡੇ ਨਾਲ ਜੁੜ ਗਏ ਨੇ, ਸਵਾਗਤ ਹੈ ਉਹਨਾਂ ਦਾ। ਦਵਿੰਦਰ ਲੋਪੋਂ ਕਹਿ ਰਹੇ ਨੇ ਕਿ ਪਹਿਲਵਾਨਾਂ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਵਾ ਤੇ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ। ਸਪੋਰਟ ਕਾਫੀ ਮਿਲ ਵੀ ਰਹੀ ਆ, ਲੇਕਿਨ ਬਹੁਤ ਸਾਰੇ ਲੋਕ ਚੁੱਪੀ ਧਾਰੀ ਬੈਠੇ ਆ ਔਰ ਸ਼ਾਇਦ ਇੰਝ ਲੱਗ ਰਿਹਾ ਵਾ ਕਿ ਉਹਨਾਂ ਨੂੰ ਲੱਗਦਾ ਨਹੀਂ ਕਿ ਕੋਈ ਇਹ ਮਸਲਾ ਗੰਭੀਰ ਆ। ਹਾਲਾਂਕਿ ਮੇਰੇ ਖਿਆਲ ਹਰ ਘਰ ਦੇ ਵਿੱਚ ਬੇਟੀਆਂ ਨੇ, ਔਰ ਜੇ ਬੇਟੀਆਂ ਖੇਡਾਂ ਦੇ ਵਿੱਚ ਜਾਂ ਹੋਰ ਚੀਜ਼ਾਂ ਦੇ ਵਿੱਚ ਬਾਹਰ ਜਾਂਦੀਆਂ ਵਾ
ਤੇ ਉਹਨਾਂ ਨੂੰ ਮਹਿਫੂਜ਼ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਪਰ ਫਿਰ ਵੀ ਬਹੁਤ ਸਾਰੇ ਲੋਕ ਇਸ ਮਸਲੇ ਦੇ ਵਿੱਚ ਚੁੱਪ ਨੇ। ਬ੍ਰਿਜਭੂਸ਼ਣ ਸਿੰਘ ਗਿਲਟੀ ਹਨ ਜਾਂ ਨਹੀਂ, ਦੋਸ਼ੀ ਹਨ ਜਾਂ ਨਹੀਂ, ਇਹ ਤੇ ਕੋਰਟ ਫੈਸਲਾ ਕਰੂਗਾ, ਲੇਕਿਨ ਤਫਤੀਸ਼ ਜ਼ਰੂਰ ਸਹੀ ਹੋਣੀ ਚਾਹੀਦੀ ਹੈ। ਔਰ ਬਹੁਤ ਲੋਕਾਂ ਨੂੰ ਲੱਗਦਾ ਵਾ ਕਿ ਜਿਸ ਤਰੀਕੇ ਨਾਲ ਇਹ ਤਫਤੀਸ਼ ਹੋਈ ਆ ਉਹਦੇ 'ਚ ਉਹਨੂੰ ਬਚਾਉਣ ਦੀ ਕੋਸ਼ਿਸ਼ ਆ। ਪੋਕਸੋ ਦੇ ਤਹਿਤ ਜਿਹੜਾ ਨਾਬਾਲਿਗ ਦੇ ਵੱਲੋਂ ਜਿਹੜੀ ਕੰਪਲੇਂਟ ਸੀਗੀ, ਪੋਕਸੋ ਜਿਹੜਾ ਵਾ ਇਹ ਪ੍ਰੋਟੈਕਸ਼ਨ ਆਫ ਚਿਲਡਰਨ ਫਰੋਮ ਸੈਕਸ਼ੂਅਲ ਅਫੈਂਡਰਸ, ਉਹਦੇ ਤਹਿਤ ਸਜ਼ਾ ਬਹੁਤ ਸਖਤ ਆ, ਬੇਲ ਵੀ ਉਹਦੇ 'ਚ ਨਹੀਂ ਹੁੰਦੀ, ਲੇਕਿਨ ਉਹਦੇ ਵਿੱਚ ਜਿਹੜੀ ਕੰਪਲੇਂਟ ਸੀ ਉਹ ਵਿਡਰਾਅ ਕਰ ਲਈ ਗਈ। ਪਹਿਲਵਾਨਾਂ ਦਾ ਖਿਆਲ ਆ, ਮਹਿਲਾ ਪਹਿਲਵਾਨਾਂ ਦਾ ਖਿਆਲ ਹੈ ਕਿ ਉਸ ਜਿਹੜਾ ਨਾਬਾਲਿਗ ਸੀ ਉਹਨੂੰ ਤੇ ਉਹਦੇ ਪਰਿਵਾਰ ਨੂੰ ਦਬਾਅ ਦੇ ਹੇਠ ਕੰਪਲੇਂਟ ਉਹਨਾਂ ਤੋਂ ਵਾਪਸ ਲਈ ਗਈ ਹੈ। ਕੀ ਸੱਚ ਆ, ਕੀ ਵਾਕਈ ਕੰਪਲੇਂਟ ਝੂਠੀ ਸੀ ਜੋ ਬਾਅਦ 'ਚ ਉਹਨਾਂ ਨੇ ਕਿਹਾ ਵਾ, ਇਹ ਸ਼ਾਇਦ ਕਦੀ ਵੀ ਪਤਾ ਨਹੀਂ ਲੱਗਣਾ। ਲੇਕਿਨ ਇਸ ਵੇਲੇ ਕੋਰਟ ਦੇ ਵਿੱਚ ਪੁਲਿਸ ਨੇ ਕਿਹਾ ਵਾ ਕਿ ਉਸ ਨਾਬਾਲਿਗ ਦੀ ਜਿਹੜੀ ਕੰਪਲੇਂਟ ਆ ਉਹਨੂੰ ਵਾਪਸ ਲੈਣ ਦੀ ਇਜਾਜ਼ਤ ਦਿੱਤੀ ਜਾਵੇ, ਉਸ ਕੇਸ ਨੂੰ ਕਲੋਜ਼ ਕੀਤਾ ਜਾਵੇ। ਹੁਣ ਉਹ ਕੋਰਟ ਜਿਹੜਾ ਵਾ ਕੀ ਫੈਸਲਾ ਕਰਦਾ ਦੇਖਦੇ ਹਾਂ। 4 ਤਰੀਕ ਨੂੰ ਉਹਦੇ 'ਤੇ ਫੈਸਲਾ ਹੋਣਾ। ਗੁਰਪ੍ਰੀਤ ਸੇਖੋ ਬੰਟੂ ਸਾਡੇ ਨਾਲ ਫੇਸਬੁੱਕ 'ਤੇ ਜੁੜ ਗਏ ਨੇ, ਸਵਾਗਤ ਹੈ ਉਹਨਾਂ ਦਾ ਵੀ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਦਲਜੀਤ ਸੰਧੂ ਜੀ। ਸੰਧੂ ਸਾਹਿਬ, ਪਹਿਲੀ ਗੱਲ ਤਾਂ ਮੈਂ ਵੀ ਪਹਿਲਾ ਸਵਾਲ ਤਾਂ ਤੁਹਾਨੂੰ ਕਰਦਾ ਵੀ ਕੀ ਆਪਣੇ ਦੇਸ਼ ਦੇ ਵਿੱਚ ਜਿੱਥੇ ਆਪਾਂ ਰਹਿੰਦੇ ਹਾਂ ਕਾਨੂੰਨ ਸਾਰਿਆਂ ਲਈ ਬਰਾਬਰ ਆ ਜੀ? ਨਹੀਂ ਜੀ, ਬਿਲਕੁਲ ਨਹੀਂ ਬਰਾਬਰ, ਕਿਉਂਕਿ ਆ ਜਿਹੜਾ ਸੁਪਰੀਮ ਕੋਰਟ ਦਾ ਇਹ ਜਜਮੈਂਟ ਦਾ ਹਵਾਲਾ ਦਿੱਤਾ ਵਾ, ਇਹ ਸਿਰਫ ਇਸ ਕੇਸ ਦੇ ਵਿੱਚ ਲੱਗ ਰਿਹਾ ਵਾ ਵੀ ਇਹਨੂੰ ਲਾਗੂ ਕੀਤਾ ਜਾ ਰਿਹਾ, ਬਾਕੀ ਤੇ ਜਿਹਨੂੰ ਜੀ ਕਰਦਾ ਪੁਲਿਸ ਐਵੇਂ ਫੜ ਲੈਂਦੀ ਆ। ਇਹੋ ਜਿਹੇ ਹਜ਼ਾਰਾਂ ਕੇਸ ਰੋਜ਼ ਦੇਸ਼ ਦੇ ਵਿੱਚ ਹੁੰਦੇ ਵੱਖ-ਵੱਖ ਸੂਬਿਆਂ ਦੇ ਵਿੱਚ। ਕੀ ਪੁਲਿਸ ਜਾ ਕੇ ਇਹ ਸਟੇਟਮੈਂਟ ਦਾਖਲ ਕਰਦੀ ਅਦਾਲਤ ਦੇ ਵਿੱਚ ਵੀ ਸੁਪਰੀਮ ਕੋਰਟ ਦਾ ਗਾਈਡਲਾਈਨ ਤੇ ਤੱਕ ਤਦ ਨਹੀਂ ਬੰਦਾ ਫੜ ਰਿਹਾ? ਨਹੀਂ ਨਾ ਕਰ ਰਹੀ। ਇਹ ਜਿਹੜਾ ਸਿਸਟਮ ਆਜ਼ਾਦੀ ਤੋਂ ਪਹਿਲਾਂ ਸੀ ਨਾ ਅੰਗਰੇਜ਼ਾਂ ਵੇਲੇ, ਉਹ ਚੱਲਣ ਦਾ ਲਾਗੂ ਹੋਣ ਡਿਆ ਮੇਰੇ ਹਿਸਾਬ ਨਾਲ ਤਾਂ। ਉਦੋਂ ਉਹ ਵੀ ਜਿਹੜੇ ਪਹੁੰਚ ਵਾਲੇ ਬੰਦੇ ਸੀ ਉਹਨਾਂ ਨੂੰ ਬਚਾ ਲੈਂਦੇ ਸੀ, ਮਾੜਿਆਂ ਨੂੰ ਅੰਦਰ ਦੇ ਦਿੰਦੇ ਸੀ। ਤੇ ਰਹੀ ਗੱਲ ਵੀ ਬ੍ਰਿਜਭੂਸ਼ਣ ਦੀ, ਵੀ ਹੁਣ ਇੱਥੇ ਸਾਡੇ ਕੀ ਹੈ ਕਿ ਜੇ ਕੋਈ ਆਮ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸਦਾ ਵੀ ਆਮ ਕੋਈ ਲੇਡੀਜ਼ ਕਿਸੇ ਵੇਲੇ ਕਿਤੇ ਜਾਣ ਬੁੱਝ ਕੇ ਜਾਂ ਰੰਜਿਸ਼ ਦੇ ਤਹਿਤ ਕਿਸੇ ਵੇਲੇ ਇਸ਼ਾਰਾ ਕਰਦੇ ਨਾ ਵੀ ਮਤਲਬ ਆਹ ਬੰਦੇ ਨੇ ਜਾਂ ਮੈਨੂੰ ਹਰਾਸਮੈਂਟ ਕੀਤਾ ਜਾਂ ਮੈਨੂੰ ਛੇੜਛਾੜ ਕੀਤੀ ਆ, ਤੇ 5 ਮਿੰਟਾਂ 'ਚ ਪੁਲਿਸ ਮਨਾ ਦਿੰਦੀ ਹੈ। ਮਨਾ ਕੇ ਉਹਨੂੰ ਉੱਧਰ ਖੜਦੇ ਇਕੱਲੇ ਨੂੰ ਫੜ ਕੇ ਅੰਦਰ, ਤੇ ਉੱਥੋਂ ਪਤਾ ਨਹੀਂ ਕੀ ਕੁਝ ਕਰਕੇ ਲਿਆਉਂਦੇ ਆ, ਪ੍ਰੈਸ ਦੇ ਸਾਹਮਣੇ ਪੇਸ਼ ਕਰਕੇ ਆਖਦੇ ਜੀ ਇਹ ਤਾਂ ਵਾਕਿਆ ਇਹਨੇ ਛੇੜਛਾੜ ਕੀਤੀ, ਇਹਦਾ ਬਲਾਤਕਾਰ ਕਰਨ ਦੀ ਮੂਡ ਦੇ ਵਿੱਚ ਹੀ ਪੂਰੀ ਤਿਆਰੀ ਕਰੀ ਬੈਠਾ ਹੈ। ਪਤਾ ਨਹੀਂ ਉਹ ਵਿਚਾਰਾ ਤਿਆਰੀ ਕਰੀ ਬੈਠਾ ਹੋਵੇ ਕਿ ਨਾ ਬੈਠਾ ਹੋਵੇ। ਐਵੇਂ ਕੀ ਲੋੜ ਹੈ ਸਰਕਾਰ ਨੂੰ ਸਿੱਧਾ ਜਵਾਬ ਦੇਣ ਦੇ, ਤੁਹਾਨੂੰ ਨਿਆਂ ਨੂੰ ਨਹੀਂ ਮਿਲਣਾ, ਜਾਓ। ਮੈਂ ਸਮਝਦਾ ਵੀ ਸਾਡੇ ਹੁਣ 10 ਕੁ ਸਾਲਾਂ ਦੇ ਵਿੱਚ ਕਿੰਨਾ ਫਰਕ ਮੈਂ ਮਹਿਸੂਸ ਕਰਦੇ ਹਾਂ। ਸਾਨੂੰ ਯਾਦ ਹੋਊਗਾ ਦਿੱਲੀ ਦੇ ਵਿੱਚ ਇੱਕ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਇੱਕ ਲੜਕੀ ਦਾ ਬਲਾਤਕਾਰ ਹੋ ਗਿਆ ਸੀ ਬੱਸ ਦੇ ਵਿੱਚ, ਤੇ ਇੰਨੀਆਂ ਜ਼ਿਆਦੀਆਂ ਔਰਤਾਂ ਤੇ ਇੰਨੀਆਂ ਜ਼ਿਆਦੀਆਂ ਵਿਦਿਆਰਥਣਾਂ ਨੇ ਉੱਥੇ ਪ੍ਰਦਰਸ਼ਨ ਕੀਤਾ ਸੀ ਦਿੱਲੀ ਦੇ ਵਿੱਚ। ਤੁਸੀਂ ਹਿਸਾਬ ਲਾ ਲਓ ਵੀ ਦਿੱਲੀ ਇੱਕ ਵਾਰੀ ਜਾਮ ਹੋ ਗਈ ਸੀ। ਹਾਂ, ਨਿਰਭਇਆ ਕੇਸ ਉਹਨੂੰ ਕਹਿੰਦੇ ਸੀ ਜੀ, ਨਿਰਭਇਆ ਕੇਸ। ਜੀ ਨਿਰਭਇਆ ਕੇਸ। ਤੇ ਹੁਣ ਮੈਨੂੰ ਵੀ ਦੱਸੋ ਵੀ ਸਰਕਾਰ ਦੇ ਵਿੱਚ ਕਿੰਨੀਆਂ ਔਰਤਾਂ ਨੇ, ਕਿੰਨੀਆਂ ਦਿੱਲੀ ਦੇ ਵਿੱਚ ਨੇ ਜਿਹੜੇ ਧਰਨਾ ਲੱਗਾ ਤੇ ਕੋਈ ਕਹਿੰਦਾ ਜੀ ਦੇਸ਼ ਕਿਧਰ ਨੂੰ ਵੱਧ ਰਿਹਾ, ਤਾਨਾਸ਼ਾਹੀ ਚੱਲਦੀ ਫਿਰ ਵੱਧ ਰਿਹਾ। ਡਰ ਹੀ ਹੈ ਨਾ ਲੋਕਾਂ ਦੇ ਅੱਗੇ। ਫਿਰ ਅਸੀਂ ਤਾਂ ਉਹਨੂੰ ਚੰਗਾ ਹੀ ਆਖਾਂਗੇ, ਉਦੋਂ ਕਿਸੇ ਨੂੰ ਡਰ ਤਾਂ ਨਹੀਂ ਨਾ। ਲੋਕੀ ਪ੍ਰਦਰਸ਼ਨ ਕਰਦੇ ਸੀ, ਕੈਂਡਲ ਮਾਰਚ ਕਰਦੇ ਸੀ, ਸਾਰਾ ਕੁਝ ਕਰਦੇ ਸੀ, ਧਰਨਾ ਦਿੰਦੇ ਸੀ ਬਿਨਾਂ ਕਿਸੇ ਲੀਡਿੰਗ ਦੇ, ਧਰਨਾ ਬਿਨਾਂ ਕਿਸੇ ਲੀਡਰ ਦੇ ਦੇਈ ਜਾਂਦੇ ਸੀ ਲੋਕ, ਬਿਨਾਂ ਲੀਡਰ ਦੇ। ਹੁਣ ਤੇ ਪ੍ਰਦਰਸ਼ਨਕਾਰੀ ਖੁਦ ਵੀ ਲੀਡ ਕਰ ਰਹੇ ਆ, ਜਿਹੜੇ ਉੱਥੇ ਇਹ ਗੱਲ ਦੇ ਮਤਲਬ ਪੀੜਤ ਨੇ, ਪਰ ਵੀ ਲੋਕ ਨਹੀਂ ਉਹਨਾਂ ਨੂੰ ਸਾਥ ਦਿੰਦੇ। ਕਿੰਨੀਆਂ ਕੁ ਔਰਤਾਂ ਦਿੱਲੀ ਨੂੰ ਜਾਣ ਦੀਆਂ, ਪੰਜਾਬ 'ਚੋਂ ਲੋਕੀ ਸਗੋਂ ਜਾ ਕੇ ਉੱਥੇ ਕਰਕੇ ਆਏ ਨੇ, ਉਹਨਾਂ ਦਾ ਹੌਸਲਾ ਵਧਾ ਕੇ ਆਏ ਨੇ, ਉਹਨਾਂ ਦਾ ਸਾਥ ਦੇ ਕੇ ਆਏ ਆ। ਉਹਨਾਂ ਨੂੰ ਕਿਹੜੀਆਂ ਗੱਲਾਂ ਨੂੰ ਆਵਾਜ਼ ਦੇ ਦਿਓ। ਬੇ ਕੋਈ ਸ਼ੱਕ ਨਹੀਂ ਜੀ ਦਲਜੀਤ ਸੰਧੂ ਜੀ, ਬਹੁਤ ਸਾਰੇ ਲੋਕਾਂ ਵੱਲੋਂ ਇਹਨਾਂ ਨੂੰ ਸਮਰਥਨ ਨਹੀਂ ਮਿਲਿਆ। ਹਾਂ, ਹਰਿਆਣਾ ਦੇ ਤੇ ਪੰਜਾਬ ਦੇ ਲੋਕਾਂ ਵੱਲੋਂ ਕਾਫੀ ਵੱਡੇ ਤਹਿ ਤੇ ਵੱਡੇ ਹੱਦ ਤੱਕ ਸਮਰਥਨ ਮਿਲਿਆ ਵਾ, ਔਰ ਪੰਜਾਬ ਤੇ ਹਰਿਆਣਾ ਦੇ ਲੋਕ ਵਧਾਈ ਦੇ ਪਾਤਰ ਵੀ ਨੇ ਵੀ ਇਹਨਾਂ ਦੀ ਮਦਦ ਕੀਤੀ ਹੈ। ਬਾਕੀ ਮੁਲਕ ਕਿਉਂ ਸੁੱਤਾ ਪਿਆ ਵਾ ਉਹਦਾ ਤੁਸੀਂ ਆਪੇ ਹੀ ਅੰਦਾਜ਼ਾ ਲਾ ਲਓ। ਅੰਮ੍ਰਿਤਪਾਲ ਸਿੰਘ ਔਲਖ ਵੀ ਸਾਡੇ ਨਾਲ ਜੁੜ ਗਏ ਨੇ। ਥੈਂਕ ਯੂ ਦਲਜੀਤ ਸੰਧੂ ਜੀ। ਅੰਮ੍ਰਿਤਪਾਲ ਔਲਖ ਵੀ ਸਾਡੇ ਨਾਲ ਜੁੜ ਗਏ ਨੇ। ਉਹ ਕਹਿ ਰਹੇ ਨੇ ਫੇਸਬੁੱਕ ਤੇ ਕਹਿ ਰਹੇ ਨੇ ਕੋਈ ਇਨਸਾਫ ਨਹੀਂ ਮਿਲਣਾ, ਦਿੱਲੀ ਪੁਲਿਸ ਵੀ ਕੇਂਦਰ ਸਰਕਾਰ ਦੇ ਅਧੀਨ ਹੈ। ਬ੍ਰਿਜਭੂਸ਼ਣ ਤੋਂ ਪਹਿਲਾਂ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਲੈ ਕੇ ਫਿਰ ਇਨਕੁਆਇਰੀ ਜਾਂ ਤਫਤੀਸ਼ ਹੋਣੀ ਚਾਹੀਦੀ ਸੀ, ਕਿਉਂਕਿ ਉੱਚ ਅਹੁਦੇ ਤੇ ਬੈਠੇ ਵਿਅਕਤੀ ਦੇ ਤੋਂ ਸਾਰੇ ਅਫਸਰ ਡਰਦੇ ਨੇ। ਵਾਕਈ ਜੇ ਉਹ ਮੈਂਬਰ ਪਾਰਲੀਮੈਂਟ ਹੈ, ਪਤਾ ਨਹੀਂ ਮੈਂਬਰ ਪਾਰਲੀਮੈਂਟ ਤੋਂ ਉਹਨੂੰ ਅਸਤੀਫਾ ਉਹ ਤੋਂ ਲਿਆ ਜਾ ਸਕਦਾ ਕਿ ਨਹੀਂ, ਪਰ ਐਟਲੀਸਟ ਉਹਨੂੰ ਸਸਪੈਂਡ ਕੀਤਾ ਜਾ ਸਕਦਾ ਵੀ ਉਹਨਾਂ ਚਿਰ ਤੱਕ ਉਹਦੀਆਂ ਸਾਰੀਆਂ ਫੈਸਿਲਿਟੀਜ਼ ਵਿਡਰਾਅ ਕਰ ਲਈਆਂ ਜਾਣਗੀਆਂ, ਪਾਰਲੀਮੈਂਟ ਉਹ ਅਟੈਂਡ ਨਹੀਂ ਕਰੂਗਾ, ਔਰ ਵਾਕਈ ਉਹ ਕੁਸ਼ਤੀ ਫੈਡਰੇਸ਼ਨ ਦਾ ਮੁਖੀ ਵਜੋਂ ਕੰਮ ਨਹੀਂ ਕਰੂਗਾ। ਇਹ ਸਭ ਕੁਝ ਕਰਕੇ ਫਿਰ ਤਫਤੀਸ਼ ਹੋਣੀ ਚਾਹੀਦੀ ਸੀ। ਫਿਰ ਸ਼ਾਇਦ ਲੋਕੀ ਜਿਹੜੇ ਸੀ ਉਹਨਾਂ ਦੇ ਮਨ ਦੇ ਵਿੱਚ ਡਰ ਨਹੀਂ ਸੀ ਹੋਣਾ, ਔਰ ਉਹ ਖੁੱਲ੍ਹ ਕੇ ਗਵਾਹੀ ਦਿੰਦੇ
जो भी सच्चाई है। सही क्या औलख साहब ने। मीनवाइल मिस्की गुप्ता कह रहे हैं जो गलत है वो गलत है, किसी गलती दे ਅਸੀਂ ਗਲਤੀ ਨਾਲ ਖੜੇ ਨਜ਼ਰ ਆਉਂਦੇ ਹਾਂ ਤਾਂ ਕਿਸੇ ਗਲਤੀ ਦੇ ਵਿਰੋਧ ਵਿੱਚ ਖੜੇ ਨਜ਼ਰ ਆਉਂਦੇ ਹਾਂ, ਜਿੱਥੇ ਚੱਲਦੀਆਂ ਹਨ ਚਲਾ ਲਿਆ ਜਾਂਦਾ ਹੈ। ਸੋ ਜੋ ਗਲਤ ਹੈ ਗਲਤ ਹੈ, ਬਿਲਕੁਲ ਸਹੀ ਗੱਲ ਹੈ। ਸਾਨੂੰ ਸਾਰਿਆਂ ਨੂੰ ਜੋ ਗਲਤ ਹੈ ਉਹਦੇ ਖਿਲਾਫ ਆਵਾਜ਼ ਜ਼ਰੂਰ ਉਠਾਉਣੀ ਚਾਹੀਦੀ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਈ ਸਾਹਿਬ। ਮੈਂ ਜਗਸੀਰ ਸਿੰਘ ਬਰਾੜ ਬੋਲਦਾ ਜੀ, ਫਰੀਦਕੋਟ ਤੋਂ। ਹਾਂਜੀ ਜਗਸੀਰ ਸਿੰਘ ਜੀ। ਮੈਂ ਥੋੜਾ ਜਿਹਾ ਨਾ, ਮੈਨੂੰ ਮਿੰਟ ਕੁ ਦਿਓ, ਵੜ ਕੇ ਗੱਲ ਕਰਨੀ ਹੈ। ਹਾਂ ਮੇਰੀ ਗੱਲ ਸੁਣੋ ਵੀ ਆਹ ਅਕਾਲੀ ਦਲ ਹੁਣ ਮਰਿਆ ਪਿਆ, ਕਾਂਗਰਸ ਮਰੀ ਪਈ ਆ। ਹੁਣ ਕੀ ਵੇਲੇ ਆ, ਐਡਾ ਕੇਸ ਇਹਨਾਂ ਨੂੰ ਮੁੱਦਾ ਪਿਆ ਉਹ ਲਟਕੀ ਵਾਲਾ, ਜਾ ਕੇ ਉੱਥੇ ਧਰਨੇ ਦੇਣ। ਬਾਦਲ ਸਾਹਿਬ 20 ਸਾਲ ਐਵੇਂ ਨਹੀਂ ਰਾਜ ਕਰ ਗਿਆ, ਉਹਨੇ ਕੈਦ ਕੱਟੀ ਸੀ, ਚਲੋ ਚਾਹੇ ਮਾੜਾ ਚਾਹੇ ਚੰਗਾ। ਤੇ ਉਹ ਜਾ ਕੇ ਸੁਖਬੀਰ ਬੈਠੇਗਾ, ਹੁਣ ਇਹ ਤਾਂ ਇਹਨਾਂ ਦੇ ਝਰੀਟ ਨੇ, ਇਹ ਰਾਜ ਭਾਗ ਦੇ ਇਦੂ ਮੁੰਡਾ ਹੋਰ ਇਹਨਾਂ ਨੂੰ ਕਿਹੜਾ ਦਿਆਊਗਾ? ਇਹਨਾਂ ਦੇ ਬਰਖਲਾਫ ਨਾਸੀ ਧੂੰਆਂ ਲਿਆ ਦੇਣ ਉੱਥੇ, ਹੈ ਜਿਵੇਂ ਕਿਸਾਨਾਂ ਨੇ ਲਿਆਂਦਾ ਸੀ। ਠੀਕ ਹੈ ਜਗਸੀਰ ਸਿੰਘ ਉੱਥੇ ਜਾ ਕੇ ਹੁਣ ਧਰਨਾ ਦੇਣ, ਇਹ ਜਾ ਕੇ ਕਾਂਗਰਸ ਵਾਲੇ ਵੀ, ਅਕਾਲੀ, ਮੈਂ ਤਾਂ ਕਹਿੰਦਾ ਸਾਰੇ ਇਕੱਠੇ ਹੋਣ, ਉੱਥੇ ਧਰਨਾ ਦੇਣ ਤੇ ਇਨਸਾਫ ਦਿਵਾਉਣ। ਜਿੰਨੇ ਦਾ ਗ੍ਰਿਫਤਾਰ ਨਹੀਂ ਹੁੰਦਾ ਉੱਠਣਾ। ਜੋ ਸੁਪਰੀਮ ਕੋਰਟ ਕਹਿੰਦੀ ਹੈ, ਅਦਾਲਤਾਂ ਕਿਵੇਂ ਤੁਹਾਡੇ ਸਾਹਮਣੇ ਆਪਣਾ ਨਾ ਕਿ ਕਿਸਾਨਾਂ ਨੇ ਨਾਸੀ ਧੂੰਆਂ ਲਿਆਤਾ ਸੀ, ਹੈ। ਬਿਲਕੁਲ ਸਹੀ ਗੱਲ ਹੈ ਜੀ। ਮੇਰੇ ਖਿਆਲ ਜਿਹੜੀ ਵਿਰੋਧੀ ਪਾਰਟੀਆਂ ਵਾ, ਖਾਸ ਕਰਕੇ ਅਕਾਲੀ ਦਲ ਤੇ ਕਾਂਗਰਸ, ਜਿਹੜੇ ਬਿਲਕੁਲ ਕਮਜ਼ੋਰ ਪਏ ਨੇ, ਉਹਨਾਂ ਜਾਨ ਪੈ ਸਕਦੀ ਜੇ ਉਹ ਵਾਕਈ ਇਸ ਮਸਲੇ ਨੂੰ। ਹੁਣ ਮੌਕਾ ਜੀ, ਇਹ ਤਾਂ ਇਹਨਾਂ ਮਾਤੇ ਤਾਂ ਸਜੀਮ ਦੀ ਬੂਟੀ ਆ ਇਹ। ਜੇ ਹੁਣ ਤੁਰ ਪੈਣ ਤਾਂ ਰੌਲਾ ਇਹ ਕਹਿੰਦੇ ਘਰੇ ਬੈਠਿਆਂ ਨੂੰ ਸਾਨੂੰ ਪਰੋਸ ਕੇ ਥਾਲੀ 'ਚ ਖੀਰ ਪਾ ਕੇ ਦੇ ਜੋ, ਰਾਜ ਭਾਗ 'ਚ ਅਸੀਂ ਕੁਰਸੀਆਂ ਤੇ ਬਹਿ ਜਾਈਏ, ਹੈ। ਬਿਲਕੁਲ ਠੀਕ ਹੈ। ਰੌਲਾ ਵੀ ਹੁਣ ਮੌਕਾ ਇਦੋਂ ਮਾੜਾ ਟਾਈਮ ਕਿਹੜਾ ਚੰਗਾ। ਮਿਹਰਬਾਨੀ ਬਰਾੜ ਸਾਹਿਬ, ਥੈਂਕ ਯੂ ਤੁਸੀਂ ਜੁੜੇ, ਗੱਲ ਆਪਣੀ ਕੀਤੀ ਔਰ ਇੰਟਰਸਟਿੰਗ ਸੁਝਾਅ ਦਿੱਤਾ। ਮੀਨਵਾਈਲ ਪਾਲੀ ਗਿੱਦਰਬਾਹ ਹੁਣਾਂ ਦਾ ਕਮੈਂਟ ਆਇਆ ਵਾ। ਉਹਨਾਂ ਨੇ, ਕਿਉਂਕਿ ਗੀਤਕਾਰ ਨੇ, ਉਹਨਾਂ ਨੇ ਗੀਤ ਲਿਖਿਆ ਸੀ ਗੋਲੀ, ਉਹਦੇ ਬੋਲ ਉਹਨਾਂ ਨੇ ਦੁਹਰਾਏ ਆ, ਕਿਉਂਕਿ ਮੈਂ ਸ਼ਾਇਦ ਬੋਲਾਂ ਨੂੰ ਜਿਹੜੇ ਉਹਨੇ ਬੋਲ ਲਿਖੇ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਸ਼ਾਇਦ ਮੈਂ ਪੇਸ਼ ਨਾ ਕਰ ਸਕਾਂ। ਸੋ ਮੇਰੀ ਗੁਜ਼ਾਰਿਸ਼ ਹੈ ਪਾਲੀ ਗਿੱਦਰਬਾਹ ਜੀ, ਤੁਸੀਂ ਆਪ ਆ ਕੇ ਇਹ ਜਿਹੜੀ ਗੀਤ ਆ ਇਹ ਸੁਣਾਓ ਸਾਨੂੰ, ਐਟਲੀਸਟ ਉਹਦੀਆਂ 2 ਜਾਂ 4 ਲਾਈਨਾਂ। ਪੂਰਾ ਗੀਤ ਲਾ ਤੇ ਸ਼ਾਇਦ ਟਾਈਮ ਨਹੀਂ ਹੋਊਗਾ। ਮੈਂ ਬੇਇਨਸਾਫੀ ਨਹੀਂ ਕਰਨੀ ਚਾਹੁੰਦਾ ਤੁਹਾਡੇ ਜਿਹੜੇ ਬੋਲ ਨੇ ਉਹਨਾਂ ਨਾਲ। ਸੋ ਮੇਰੀ ਗੁਜ਼ਾਰਿਸ਼ ਹੈ ਕਿ ਤੁਸੀਂ ਆਪ ਆ ਕੇ ਇਹ ਗੀਤ ਜ਼ਰੂਰ ਸੁਣਾਓ। ਸੋ ਕੋਸ਼ਿਸ਼ ਕਰਾਂਗੇ ਪਾਲੀ ਗਿੱਦਰਬਾਹ ਜੇ ਕਾਲ ਕਰਨ ਤਾਂ ਉਹਨਾਂ ਦੀ ਕਾਲ ਆਪਾਂ ਜ਼ਰੂਰ ਲਵਾਂਗੇ। ਵਿਲ ਟੇਕ ਦੀ ਨੈਕਸਟ ਕਾਲ ਨਾਓ। ਹੈਲੋ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸ਼ੇਰ ਸਿੰਘ ਜੀ। ਹਾਂਜੀ ਸੰਧੂ ਸਾਹਿਬ, ਜਿਹੜਾ ਸੈਕਸੁਅਲ ਹਰਾਸਮੈਂਟ ਹੈ ਜਾਂ ਇਹ ਜਿਹੜਾ ਬਲਾਤਕਾਰ ਜਿਹੜਾ ਇਹ ਇੱਕ ਫੈਲਨੀ ਚਾਰਜ ਹੈ, ਬੜਾ ਗੰਭੀਰ ਦੋਸ਼ ਹੈ, ਬੜਾ ਗੰਭੀਰ ਹੈ ਜੀ। ਬੱਚਿਆਂ ਦੇ ਨਾਲ ਇਸ ਤਰ੍ਹਾਂ ਦਾ ਕਰਨਾ ਕੋਚਿਸ ਵੱਲੋਂ ਜਾਂ ਪ੍ਰਸ਼ਾਸਕਾਂ ਵੱਲੋਂ, ਮਤਲਬ ਇਹ ਤਾਂ ਬਿਲਕੁਲ ਇੱਕ ਤਰੀਕੇ ਨਾਲ ਐਕਸਪਲੋਇਟੇਸ਼ਨ ਹੈ, ਸ਼ਰੇਆਮ ਐਕਸਪਲੋਇਟੇਸ਼ਨ, ਇੱਕ ਤਰੀਕੇ ਨਾਲ ਨਹੀਂ ਸ਼ਰੇਆਮ ਐਕਸਪਲੋਇਟੇਸ਼ਨ ਹੈ। ਹਾਂਜੀ, ਤੇ ਬਿਲਕੁਲ ਇਹ ਤੇ ਜ਼ੀਰੋ ਟੋਲਰੈਂਸ ਹੋਣੀ ਚਾਹੀਦੀ। ਇਹਦਾ ਛੇਤੀ ਇਹਦੀ ਇਨਕੁਆਇਰੀ ਕਰਕੇ ਤੇ ਛੇਤੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਤਾਂ ਕਿ ਜਿਹੜੇ ਵਿਕਟਮ ਹੈ ਉਹਨਾਂ ਦੇ ਪੇਰੈਂਟਸ ਨੂੰ ਤੇ ਵਿਕਟਮ ਨੂੰ ਸਕੂਨ ਮਿਲ ਸਕੇ ਜੀ। ਹੋਰ ਬੱਚੇ ਜਾਣ, ਨਹੀਂ ਤੇ ਬੱਚੇ ਜੁਰਤ ਨਹੀਂ ਕਰਨਗੇ, ਮਾਪੇ ਜੁਰਤ ਨਹੀਂ ਕਰਨਗੇ ਬੱਚਿਆਂ ਨੂੰ ਖੇਡ ਦੇ ਮੈਦਾਨ ਦੇ ਵਿੱਚ ਜਾਂ ਸੰਗੀਤ ਦੇ ਮੈਦਾਨ ਦੇ ਵਿੱਚ ਭੇਜਣ ਦੀ। ਹਾਂਜੀ ਬਿਲਕੁਲ, ਦੂਜਿਆਂ ਦਾ ਦਿਲ ਟੁੱਟੂਗਾ ਤਾਂ ਕਿ ਉਹਨਾਂ ਦੇ ਹੌਸਲੇ ਟੁੱਟਣ ਨਾ। ਤੇ ਸਿੱਧੂ ਸਾਹਿਬ, ਮੈਂ ਤਾਂ ਇੱਕ ਗੱਲ ਮੰਨਣ ਵਾਲੀ ਹੈ ਵੀ ਜਿਹੜੇ ਇਹ ਜਿਹੇ ਹਾਈ ਪ੍ਰੋਫਾਈਲ ਕੇਸ ਹੈ, ਕਿਉਂਕਿ ਇੱਧਰ ਉਹ ਦੂਜਾ ਹੈਗੇ ਨੇ ਬੱਚੇ ਰੈਸਲਰ ਹੈ, ਦੂਜੇ ਪਾਸੇ ਉਹਨਾਂ ਦਾ ਮੰਤਰੀ ਹੈ। ਆਮ ਤੌਰ ਤੇ ਇਹਨਾਂ ਕੇਸਾਂ ਦੇ ਵਿੱਚ ਵਿਕਟਮ ਨੂੰ ਤੇ ਜਾਂ ਉਹਦੇ ਮਾਪਿਆਂ ਨੂੰ ਜਾਂ ਜਿਹੜੇ ਵਿਟਨੈਸ ਹੈ ਉਹਨਾਂ ਨੂੰ ਦਬਾ ਲਿਆ ਜਾਂਦਾ ਹੈ। ਜਿਹੜਾ ਨਾਬਾਲਗ ਕੁੜੀ ਵਾਲਾ ਹੋਇਆ ਨਾ, ਮੈਨੂੰ ਲੱਗਦਾ ਉਹ ਪ੍ਰੈਸ਼ਰ ਹੀ ਪਾਇਆ ਗਿਆ। ਜੇ ਆਪਾਂ ਉਹਨਾਂ ਦੇ ਬਿਆਨ ਸੁਣੀਏ, ਪਹਿਲਾਂ ਕਹਿੰਦੇ ਵੀ ਤਾਂ ਛੇੜਛਾੜ ਆ, ਲੱਗਦਾ ਉਹ ਪ੍ਰੈਸ਼ਰ ਚ ਹੈ। ਉਹ ਕਹਿੰਦੇ ਵੀ ਅਸੀਂ ਸਟ੍ਰੈਸ ਚ ਹੈ, ਕੁੜੀ ਵੀ ਤੇ ਉਹਨਾਂ ਦੇ ਪੇਰੈਂਟਸ ਵੀ। ਦੂਜਾ ਮੈਨੂੰ ਲੱਗਦਾ ਨਹੀਂ ਸੰਧੂ ਸਾਹਿਬ, ਕਿਉਂਕਿ ਜਿਹੜੀ ਸਰਕਾਰ ਆ ਹੁਣ ਦੀ ਮੌਜੂਦਾ ਸਰਕਾਰ ਹੈ, ਇਹਦੇ ਸੰਸਦ ਮੈਂਬਰ ਹੈ ਐਕਚੁਅਲੀ ਜਿਨ੍ਹਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ, ਜਿਹੜੀਆਂ ਔਰਤਾਂ ਸੰਸਦ ਮੈਂਬਰ ਨੇ, ਤੇ ਮੈਂ ਤਾਂ ਕਹੂੰ ਦੇਸ਼ ਭਰ ਦੀਆਂ ਔਰਤਾਂ ਨੂੰ ਵੀ ਉਹ ਪ੍ਰਤੀਨਿਧ ਕਰਦੀਆਂ, ਉਹਨਾਂ ਦੀ ਆਵਾਜ਼ ਨਹੀਂ ਉੱਠੀ ਉਸ ਤਰ੍ਹਾਂ, ਬਿਲਕੁਲ ਨਹੀਂ ਮੇਰਾ ਖਿਆਲ ਉੱਠੀ ਇੱਕ ਦੂਜੇ ਬਿਨਾਂ। ਪਰ ਉਹ ਤਾਂ ਸਮਝਦੀ ਕਈ ਵਾਰ ਮੈਂਬਰ ਹੈ, ਉਹਨਾਂ ਦੇ ਉਹ ਤਾਂ ਇਹਨਾਂ ਨੂੰ ਸੰਸਕ੍ਰਿਤ ਦਾ ਹਿੱਸਾ ਦੱਸਦੇ ਆ, ਜਸਟੀਫਾਈ ਕਰਦੇ ਆ। ਤੇ ਦੂਜਾ ਮੈਨੂੰ ਲੱਗਦਾ ਭਾਜਪਾ ਇਹਨਾਂ ਨਹੀਂ ਲੈਣਾ ਚਾਹੁੰਦੀ, ਕਿਉਂਕਿ 24 ਵਾਲੀਆਂ ਚੋਣਾਂ ਵੀ ਨੇੜੇ ਆ, ਆਉਣੀਆਂ ਲੋਕ ਸਭਾ ਦੀਆਂ, ਉਹਦੇ ਚ ਮੇਰਾ ਖਿਆਲ ਇਹ ਬਦਨਾਮੀ ਨਹੀਂ ਖੱਟਣਾ ਚਾਹੁੰਦੇ, ਲਮਕਾਉਣਗੇ ਇਹ ਠੰਡੇ ਪਾਸੇ ਕਿਵੇਂ ਨਾ ਕਿਵੇਂ। ਜਿਵੇਂ ਤੁਸੀਂ ਕਿਹਾ 1500 ਦਾ ਪੂਰੇ ਐਵੀਡੈਂਸ ਨਹੀਂ, ਵੀਡੀਓ ਕਾਲਸ ਹੈ ਨਹੀਂ, ਇਹਨੂੰ ਲੰਬਾ ਲੈ ਜਾਣਗੇ
ਤੇ ਮੈਨੂੰ ਲੱਗਦਾ ਵੀ ਇਹ ਇੰਨੀ ਬਦਨਾਮੀ ਨਹੀਂ ਖੱਟਣੀ ਚਾਹੁੰਦੇ ਵੀ ਅਸੀਂ ਸਾਡਾ ਵੋਟ ਪਰਚੀ ਦੇ ਅਸਰ ਪਏ। ਵੋਟ ਪਰਚੀ ਤੋਂ ਇਹ ਸਰਕਾਰਾਂ ਬਹੁਤ ਡਰਦੀਆਂ ਹੁੰਦੀਆਂ ਕਿਉਂਕਿ ਮੰਤਰੀ ਇਹਨਾਂ ਵਿੱਚ ਇਹਨਾਂ ਦਾ ਹੈ ਨਹੀਂ ਵੀ ਸਾਡੇ ਕੋਲੇ ਬਹੁਤ ਮਾਤਾ ਵੀ ਇੱਕ ਨੂੰ ਬਾਹਰ ਕੱਢ ਦਈਏ, ਖਬਰ ਹੈ ਸਾਡਾ ਮਤਲਬ ਵੀ ਸਾਡਾ ਮਤਲਬ ਇਸ ਤਰ੍ਹਾਂ ਸਟਰੋਂਗ ਬਣੂਗਾ ਵੀ ਅਸੀਂ ਦੋਸ਼ੀ ਨੂੰ ਕੱਢਤਾ। ਪਰ ਇਹ ਸਰਕਾਰਾਂ ਨਾ ਬਦਕਿਸਮਤੀ ਨਾਲ ਸੋਚਦੀਆਂ ਨਹੀਂ, ਇਹ ਕੋਈ ਵੀ ਸਰਕਾਰ ਹੈ ਜਦੋਂ ਨਹੀਂ ਕੱਢਦੇ। ਹਾਲਾਂਕਿ ਪੰਜਾਬ 'ਚ ਵੀ ਇਹੀ ਹਾਲ ਹੋ ਰਿਹਾ ਵੀ ਜਿਹੜੇ ਬੰਦੇ ਗਲਤੀ ਕਰਦੇ ਉਹਨਾਂ ਨੂੰ ਬਾਹਰ ਕਰੋ, ਪਰ ਕਰਦੇ ਨਹੀਂ। ਮੈਨੂੰ ਲੱਗਦਾ ਆਹੀ ਚੱਕਰ ਹੈ ਇਹਨਾਂ ਦਾ ਵੀ ਵੋਟ ਪਰਚੀ ਦਾ ਸਾਡਾ ਰਾਜਨੀਤਿਕ ਸ਼ਾਹ ਨਾ ਠੰਡੀ ਹੋ ਜੇ। ਇੱਥੋਂ ਤੱਕ ਕੀ ਕਹੂੰ। ਥੈਂਕ ਯੂ ਬਿਲਕੁਲ ਸਹੀ ਗੱਲ ਆ। ਇਹ ਜਿਹੜਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਆ ਇਹ ਮੈਂਬਰ ਪਾਰਲੀਮੈਂਟ ਹੈ, ਪਤਾ ਨਹੀਂ ਕਿੰਨੀ ਵਾਰੀ ਮੈਂਬਰ ਪਾਰਲੀਮੈਂਟ ਬਣਿਆ ਵਾ। ਸੋ ਇੱਕ ਬਹੁਤ ਵੈਲਿਊਬਲ ਅਸੈਟ ਆ ਇੱਕ ਤਰੀਕੇ ਨਾਲ ਭਾਜਪਾ ਦਾ। ਸੋ ਸ਼ਾਇਦ ਇਸੇ ਕਰਕੇ ਉਹਦੇ ਖਿਲਾਫ ਕਾਰਵਾਈ ਨਹੀਂ ਕਰਦੇ। ਹੁਣ ਦਬਾਅ ਪਿਆ ਵਾ, ਕਾਰਵਾਈ ਕੀਤੀ ਆ, ਪਰ ਬਹੁਤ ਲੋਕਾਂ ਨੂੰ ਲੱਗਦਾ ਵਾ ਕਿ ਕਾਰਵਾਈ ਬੜੀ ਕਮਜ਼ੋਰ ਆ ਔਰ ਸ਼ਾਇਦ ਇਹ ਕੋਰਟ ਦੇ ਵਿੱਚ ਇਹ ਜਿਹੜੀ ਦੋਸ਼ ਪੱਤਰ ਆ ਇਹ ਸਾਬਤ ਨਹੀਂ ਹੋ ਸਕਣਾ ਔਰ ਉਹ ਬਰੀ ਹੋ ਜਾਵੇਗਾ। ਸੋ ਜੇ ਬਰੀ ਹੋ ਗਿਆ ਤਾਂ ਫਿਰ ਇਹ ਤਰੀਕੇ ਨਾਲ ਜਿਹੜੇ ਪਹਿਲਵਾਨ ਨੇ ਜਾਂ ਜਿਹੜੇ ਖਿਡਾਰੀ ਨੇ ਜਿਹੜੇ ਜਦੋਜਹਿਦ ਕਰ ਰਹੇ ਨੇ ਉਹਨਾਂ ਵਾਸਤੇ ਇਹ ਬੜੀ ਵੱਡੀ ਨਿਰਾਸ਼ਾ ਹੋਵੇਗੀ। ਇੱਥੇ ਅਸੀਂ ਰੋਕ ਰਹੇ ਹਾਂ ਇੱਕ ਬ੍ਰੇਕ ਵਾਸਤੇ। ਬ੍ਰੇਕ ਤੋਂ ਬਾਅਦ ਅੱਜ ਦਾ ਜਿਹੜਾ ਵਿਸ਼ਾ ਵਾ ਇਹਦੇ 'ਤੇ ਵਿਚਾਰ ਚਰਚਾ ਜਾਰੀ ਰਹੂਗੀ। ਬਹੁਤ ਗੰਭੀਰ ਵਿਸ਼ਾ ਵਾ, ਕਿਸੇ ਵੀ ਨਾਬਾਲਿਗ ਜਾਂ ਪਲੇਅਰਾਂ ਦੀ ਸੈਕਸ਼ੂਅਲ ਹਰੈਸਮੈਂਟ। ਬਹੁਤ ਸਾਰੇ ਪਹਿਲਵਾਨ ਜਿਹੜੇ ਨੇ, ਖਾਸ ਕਰਕੇ ਮਹਿਲਾ ਪਹਿਲਵਾਨ, ਉਹ ਕਈ ਦੇਰ ਤੋਂ ਕੁਸ਼ਤੀ ਸੰਘ ਦੇ ਮੁਖੀ, ਭਾਰਤੀ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਜਦੋਜਹਿਦ ਕਰ ਰਹੇ ਨੇ। ਉਹਨਾਂ ਦਾ ਦੋਸ਼ ਆ ਕਿ ਉਹਨਾਂ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕੁਸ਼ਤੀ ਫੈਡਰੇਸ਼ਨ ਦੇ ਵਿੱਚ ਕੀਤੀ ਜਾਂਦੀ ਆ। ਸਪੈਸੀਫਿਕ ਦੋਸ਼ ਉਹਨਾਂ ਨੇ ਦਾਇਰ ਕੀਤੇ ਨੇ। ਕੰਪਲੇਂਟਸ ਦੇ ਉੱਪਰ ਪੁਲਿਸ ਨੇ ਤਫਤੀਸ਼ ਕਰਕੇ ਹੁਣ ਦੋਸ਼ ਪੱਤਰ ਜਿਹੜਾ ਵਾ ਕੋਰਟ ਦੇ ਵਿੱਚ ਦਾਇਰ ਕੀਤਾ ਵਾ। ਇਹ ਕਿੰਨਾ ਕੁ ਸਹੀ ਆ, ਕਿੰਨੀ ਕੁ ਸਹੀ ਤਫਤੀਸ਼ ਕੀਤੀ ਹੈ ਜਾਂ ਕੀ ਇਹ ਕੁਸ਼ਤੀ ਸੰਘ ਦੇ ਮੁਖੀ ਨੂੰ ਬਚਾਉਣ ਦੀ ਕੋਸ਼ਿਸ਼ ਆ, ਇਹਦੇ ਉੱਪਰ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ। ਕਾਫੀ ਗੰਭੀਰ ਮਸਲਾ ਵਾ, ਸੋ ਕਈ ਕਮੈਂਟ ਵੀ ਉਸੇ ਤਰਜ਼ ਦੇ ਉੱਤੇ ਆਏ ਨੇ। ਪਾਲੀ ਗਿੱਦਰਬਾ ਦਾ ਕਮੈਂਟ ਹੁਣੇ ਆਇਆ ਵਾ। ਮੈਨੂੰ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਆ ਕਿ ਉਹ ਫੋਨ 'ਤੇ ਆ ਕੇ ਆਪਣੀ ਜਿਹੜੀ ਕਵਿਤਾ ਵਾ, ਜਿਹੜੇ ਉਹਨਾਂ ਨੇ ਕੁਝ ਲਾਈਨਾਂ ਲਿਖੀਆਂ ਵਾ, ਉਹ ਖੁਦ ਸਾਡੇ ਨਾਲ ਸ਼ੇਅਰ ਕਰਨ। ਦੇਖਦੇ ਹਾਂ ਕਿ ਉਹ ਸਾਡੇ ਨਾਲ ਜੁੜੇ ਨੇ ਜਾਂ ਹੋਰ ਕੋਈ ਕਾਲਰ ਨੇ। ਹੈਲੋ। ਹਾਂਜੀ ਸੰਧੂ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਤਕੜੇ ਹੋ ਜੀ? ਮਿਹਰਬਾਨੀ ਜੀ। ਪਾਲੀ ਗਿੱਦਰਬਾ ਬੋਲ ਰਹੇ? ਪਾਲੀ ਬੋਲ ਰਿਹਾ ਜੀ। ਹਾਂਜੀ। ਪਾਲੀ ਜੀ, ਤੁਹਾਡਾ ਪੂਰਾ ਨਾਂ ਕੀ ਆ? ਮੇਰਾ ਨਾਮ ਗੁਰਕਿਰਪਾਲ ਸਿੰਘ ਹੈ ਜੀ। ਗੁਰਕਿਰਪਾਲ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਘਟੌਰ, ਤਹਿਸੀਲ ਖਰੜ, ਜ਼ਿਲ੍ਹਾ ਮੋਹਾਲੀ। ਜੀ ਉਹ ਮੈਨੂੰ ਪਤਾ ਵਾ, ਮੇਰਾ ਪੁਰਾਣਾ ਹਲਕਾ ਜੀ। ਬਿਲਕੁਲ। ਹਾਂਜੀ ਪਾਲੀ ਜੀ, ਤੁਸੀਂ ਕੀ ਕੋਈ ਮੇਰੇ ਖਿਆਲ ਕੁਝ ਗੀਤ ਲਿਖਿਆ ਵਾ, ਗੋਲੀ ਉਹਦਾ ਨਾਮ ਆ, ਰਾਈਟ? ਬਿਲਕੁਲ ਜੀ। ਅਸੀਂ ਥੋੜਾ ਕਾਫੀ ਸਮਾਂ ਪਹਿਲਾਂ ਨਾ ਮੇਰਾ ਇੱਕ ਮਿੱਤਰ ਪਿਆਰਾ ਸਵੀਡਨ ਤੋਂ ਆਇਆ ਸੀਗਾ, ਇੱਥੇ ਜਾਏ, ਪੰਜਾਬੀ ਆ ਉਹ, ਤੇ ਉਹਦੀ ਇੱਕ ਕੈਸਟ ਰਿਕਾਰਡ ਕੀਤੀ ਸੀ ਤੇ ਉਹਦੇ 'ਚ ਇੱਕ ਗੀਤ ਸੀਗਾ, ਉਹਦਾ ਟਾਈਟਲ ਸੀਗਾ ਗੋਲੀ। ਉਹ ਕੀ ਓਕੇਜ਼ਨ ਕੀ ਸੀਗਾ, ਕਿਉਂ, ਉਸ ਵੇਲੇ ਕੀ ਮਸਲਾ ਸੀ? ਕਿਉਂਕਿ ਦੇਖੋ ਜੀ, ਸ਼ੁਰੂ ਤੋਂ ਹੀ ਜਦੋਂ ਅਸੀਂ ਪੜ੍ਹਦੇ ਹਾਂ ਉਦੋਂ ਤੋਂ ਹੀ ਲਿਖਣ ਦਾ ਚਲੋ ਜਿਹੜਾ ਇਹ ਸੁਭਾਅ ਬਣਿਆ ਹੈ ਨਾ, ਤੇ ਪਰ ਇਹ ਹੁੰਦਾ ਹੈਗਾ ਵੀ ਜੋ ਆਸ-ਪਾਸ ਦੀਆਂ ਘਟਨਾਵਾਂ ਪ੍ਰਭਾਵਿਤ ਕਰਦੀਆਂ ਉਹਨਾਂ ਤੇ ਵੀ ਸਮੇਂ-ਸਮੇਂ ਸਿਰ ਕੁਛ ਨਾ ਕੁਛ ਲਿਖਿਆ ਜਾਵੇ, ਹੈ ਨਾ। ਰਾਈਟ। ਹਾਂ, ਫਿਰ ਲਿਖਿਆ ਜਾਵੇ, ਉਹਨੂੰ ਲੋਕਾਂ ਤੱਕ ਪਹੁੰਚਾਇਆ ਵੀ ਜਾਵੇ, ਕੁਛ ਰਿਕਾਰਡ ਕਰਕੇ ਜਾਂ ਕੁਛ ਪ੍ਰਿੰਟ ਮੀਡੀਆ ਰਾਹੀਂ, ਹੈ ਨਾ। ਰਾਈਟ। ਉਸੇ ਤਹਿਤ ਇਹ ਗੀਤ ਬਣਿਆ ਸੀਗਾ। ਤੇ ਮੈਨੂੰ ਗੀਤ ਤੋਂ ਪਹਿਲਾਂ 4 ਲਾਈਨਾਂ ਹੈਗੀਆਂ, ਤੇ ਜੇ ਆਪ ਜੀ ਦੀ ਇਜਾਜ਼ਤ। ਹਾਂਜੀ ਪਲੀਜ਼। ਹਾਂਜੀ ਸੰਧੂ ਸਾਹਿਬ, ਸੀਗਾ ਕਿ ਬਹੁਤ ਪਾਰਲਰ ਖੁੱਲ ਗਏ ਨੇ ਸੂਰਤਾਂ ਸਜਾਉਣ ਲਈ, ਪਰ ਸੀਰਤਾਂ ਤਾਂ ਸੁਰਮੇ ਲਈ ਵੀ ਤਰਸਦੀਆਂ ਵਿਚਾਰੀਆਂ। ਬਹੁਤ ਪਾਰਲਰ ਖੁੱਲ ਗਏ ਨੇ ਸੂਰਤਾਂ ਸਜਾਉਣ ਲਈ, ਪਰ ਸੀਰਤਾਂ ਤੇ ਸੁਰਮੇ ਲਈ ਵੀ ਤਰਸਦੀਆਂ ਵਿਚਾਰੀਆਂ। ਚੰਨ ਤੇ ਕੀ, ਮੰਗਲ ਤੇ ਵੀ, ਜੀਵਨ ਇਹ ਸੰਭਵ ਹੋ ਜਾਣਾ, ਧਰਤੀ ਤੋਂ ਪਾਲੀ ਕਰ ਲਈਏ ਦੂਰ ਕੁਝ ਦੁਸ਼ਵਾਰੀਆਂ। ਤਾਂ ਇਹ ਤੇ ਕਿਉਂਕਿ ਅਸੀਂ ਸਾਡਾ ਹਾਲ ਚਾਲ ਆਲਾ ਦੁਆਲਾ ਇਹ ਜਿਹਾ ਹੀ ਹੈ, ਤਾਂ ਮੈਂ ਗੀਤ ਦੀਆਂ ਜਿਹੜੀਆਂ ਉਹ ਰਿਕਾਰਡਿੰਗ ਕੀਤੀ ਸੀ ਉਹਦੀਆਂ 4 ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਕਿ ਜਿਹੜੇ ਚੋਰ ਦੀ ਹੈ ਯਾਰੋ ਸਾਧਾਂ ਨਾਲ ਆੜੀ, ਤੇ ਜਿਹੜੇ ਸਾਧੀ ਹੈ ਯਾਰੋ ਚੋਰਾਂ ਨਾਲ ਆੜੀ, ਤੇ ਪੈਸੇ ਸਰਕਾਰੀ ਨੂੰ ਜੋ ਜਾਂਦੇ ਨੇ ਉਜਾੜੀ, ਤੇ ਨਿੱਕੀਆਂ ਨਿਆਣੀਆਂ ਤੇ ਨਿਗਾਹ ਰੱਖੇ ਮਾੜੀ, ਥਾਂ ਤੇ ਖਿਲਾਰ ਦਿਓ ਇਹੋ ਜਿਹੇ ਕਮੀਨਿਆਂ ਨੂੰ ਗੋਲੀ ਮਾਰ ਦਿਓ। ਕਿਉਂਕਿ ਸਾਡੀ ਜਿਹੜੀ ਪ੍ਰਕਿਰਿਆ ਹੈਗੀ ਹੈ ਨਾ, ਚਾਹੇ ਅਦਾਲਤੀ ਪ੍ਰਕਿਰਿਆ, ਇੱਕ ਵਾਰੀ ਪਾਤਰ ਸਾਹਿਬ ਨੇ ਕਿਹਾ ਸੀ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਜਿਹੜੇ ਕਰੀ ਜਾਣ ਹੁਣ, ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਸੋ ਕੁਛ ਵਿਵਸਥਾ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੇ, ਕਿਉਂਕਿ ਤੁਹਾਨੂੰ ਵੀ ਪਤਾ, ਆਪਾਂ ਆਮ ਹੀ ਕਹਿੰਦੇ ਚਰਚਾ ਦੌਰਾਨ ਕਿ ਜਿਹੜਾ ਨਿਆਂ ਜਾਂ ਜਿਹੜੀ ਮਜ਼ਦੂਰੀ ਟਾਈਮ ਤੇ ਨਾ ਮਿਲੇ
ਉਦੋਂ ਕੋਈ ਫਾਇਦਾ ਨਹੀਂ ਕਹਿੰਦੇ। ਸਹੀ ਗੱਲ ਹੈ, ਬਿਲਕੁਲ। ਥੈਂਕ ਯੂ, ਬਿਲकुल बिल्कुल, शुक्रिया, थैंक यू पाली जी, बिल्कुल बहुत मेहरबानी। जस्टिस डिलेड इज जस्टिस डिनाइड, बिल्कुल सही गल है। और न्याय मिलना बहुत ਜ਼ਰੂਰੀ ਆ। ਪਾਲੀ ਗਿੱਦਰਪਾ ਜੀ ਨੇ ਇਸ ਗੀਤ ਦੇ ਵਿੱਚ ਕਿਹਾ ਕਿ ਇਹੋ ਜਿਹੇ ਲੋਕ ਜਿਹੜੇ ਨੇ, ਜਿਹੜੇ ਬੱਚੀਆਂ ਦੇ ਉੱਤੇ ਨਿਗਾਹ ਰੱਖਦੇ ਆ, ਮਾੜੀ ਨਿਗਾਹ ਰੱਖਦੇ ਆ, ਇਹਦਿਆਂ ਨੂੰ ਗੋਲੀ ਮਾਰ ਦਿਓ। ਖੈਰ, ਉਹਨਾਂ ਦੀ ਭਾਵਨਾ ਮੈਂ ਸਮਝਦਾ ਵਾਂ, ਆਪਾਂ ਗੋਲੀ ਮਾਰਨ ਦੀ ਤੇ ਗੱਲ ਨਹੀਂ ਕਰ ਸਕਦੇ, ਕਿਉਂਕਿ ਆਫਟਰ ਇੱਕ ਡਿਊ ਪ੍ਰੋਸੈਸ ਆਫ ਲਾਅ ਦੇ ਤਹਿਤ ਹੀ ਕੰਮ ਕੀਤਾ ਜਾ ਸਕਦਾ। ਪਰ ਭਾਵਨਾ ਜਿਹੜੀ ਇਹਦੇ ਪਿੱਛੇ ਆ ਵੀ ਇਹੋ ਜਿਹੇ ਲੋਕਾਂ ਦੀ ਕੋਈ ਥਾਂ ਨਹੀਂ ਸਾਡੇ ਸਮਾਜ ਦੇ ਵਿੱਚ, ਉਸ ਚੀਜ਼ ਨੂੰ ਅਸੀਂ ਬਿਲਕੁਲ ਸਮਝਦੇ ਹਾਂ। ਔਰ ਗੋਲੀ ਮਾਰਨ ਦੀ ਗੱਲ ਤੇ ਵੱਖਰੀ ਆ, ਐਟਲੀਸਟ ਨਿਆਂ ਤੇ ਮਿਲਣਾ ਚਾਹੀਦਾ ਵਾ। ਔਰ ਇਹ ਵਿਚਾਰੀਆਂ ਬੱਚੀਆਂ ਵੇਖੋ, ਉਹਨਾਂ ਨਾਲ ਸਾਨੂੰ ਸੜਕਾਂ 'ਤੇ ਘੜੀਸਿਆ ਗਿਆ, ਆ ਕਿਵੇਂ ਇਹਨਾਂ ਨਾਲ ਵਿਚਾਰੀਆਂ ਜਦੋਜਹਿਦ ਕਰ ਰਹੀਆਂ ਵਾ। ਔਰ ਅਖੀਰ ਫਿਰ ਜੇ ਦੋਸ਼ ਪੱਤਰ ਵੀ ਇਸ ਤਰ੍ਹਾਂ ਦਾ ਦਾਇਰ ਕੀਤਾ ਗਿਆ ਵੀ ਉਹਦੇ 'ਚ ਉਹਨਾਂ ਨੇ ਛੁੱਟੀ ਜਾਣਾ, ਤੇ ਫਿਰ ਕੀ ਫਾਇਦਾ? ਕੀ ਕਾਨੂੰਨ ਹੈ ਫਿਰ ਇਸ ਮੁਲਕ ਦਾ? ਕੀ ਇਨਸਾਫ ਹੈ ਇਸ ਮੁਲਕ ਦਾ? ਕੀ ਆਸ ਕਰ ਸਕਦੇ ਆਪਾਂ ਇਸ ਮੁਲਕ ਤੋਂ? ਬਹੁਤ ਅਫਸੋਸ ਦੀ ਗੱਲ ਹੈ। ਖੈਰ, ਮਿਹਰਬਾਨੀ ਪਾਲੀ ਗਿੱਦਰਪਾ ਜੀ, ਤੁਸੀਂ ਜੁੜੇ, ਆਪਣੀਆਂ ਗੱਲਾਂ ਸ਼ੇਅਰ ਕੀਤੀਆਂ। ਔਰ ਮੈਂ ਕੋਸ਼ਿਸ਼ ਸਾਡੀ ਹੁੰਦੀ ਆ ਵੀ ਇਹਦੇ 'ਚ ਵੱਧ ਤੋਂ ਵੱਧ ਅਸੀਂ ਕਾਲਸ ਵੀ ਲਈਏ ਔਰ ਜਿਹੜੇ ਵਿਚਾਰ ਨੇ ਉਹ ਵੀ ਸਾਂਝੇ ਕਰ ਸਕੀਏ। ਮੈਂ ਫਿਰ ਦੱਸ ਦੇਵਾਂ ਕਿ ਅੱਜ ਜਿਹੜੀ ਕੁਸ਼ਤੀ ਸੰਘ ਦੇ ਮੁਖੀ ਦੇ ਖਿਲਾਫ ਜਿਹੜੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ ਕੋਰਟ ਦੇ ਵਿੱਚ, ਉਹਦੇ ਬਾਰੇ ਵਿਚਾਰ ਚਰਚਾ ਕਰ ਰਹੇ ਹਾਂ। 7 ਕੰਪਲੇਂਟ ਸੀ ਟੋਟਲ। ਮੈਂ ਥੋੜ੍ਹਾ ਜਿਹਾ ਬੈਕਗਰਾਊਂਡ ਵੀ ਦੱਸਦਾ, ਕੁਝ ਮੈਨੂੰ ਲੱਗ ਰਿਹਾ ਵਾ ਸਰੋਤੇ ਜਿਹੜੇ ਨੇ ਉਹ ਹੁਣੇ ਸਾਡੇ ਨਾਲ ਪ੍ਰੋਗਰਾਮ ਜੁੜੇ ਆ। 7 ਮਹਿਲਾ ਪਹਿਲਵਾਨਾਂ ਵੱਲੋਂ ਕੰਪਲੇਂਟ ਸੀ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ। ਔਰ 7 ਦੇ ਵਿੱਚੋਂ ਇੱਕ ਨਾਬਾਲਿਗ ਸੀ। ਨਾਬਾਲਿਗ ਨੇ ਆਪਣੀ ਕੰਪਲੇਂਟ ਪਹਿਲਾਂ ਉਹਦੇ ਪਿਤਾ ਮੀਡੀਆ ਕੋਲ ਗਏ, ਉਹਨਾਂ ਨੇ ਕਿਹਾ ਵੀ ਅਸੀਂ ਕੋਈ ਝੂਠੀ ਕੰਪਲੇਂਟ ਦਿੱਤੀ ਸੀ, ਉਹਨਾਂ ਨੇ ਆਪਣੀ ਕੰਪਲੇਂਟ ਵਾਪਸ ਲੈ ਲਈ ਹੈ। ਸੋ ਉਸ ਕੰਪਲੇਂਟ ਦੇ ਉੱਪਰ ਦਿੱਲੀ ਪੁਲਿਸ ਨੇ ਆਪਣੇ ਦੋਸ਼ ਪੱਤਰ ਦੇ ਵਿੱਚ ਕਿਹਾ ਵਾ ਕਿ ਸਾਨੂੰ ਇਹ ਕੰਪਲੇਂਟ ਵਾਪਸ ਲੈਣ ਦੀ ਇਜਾਜ਼ਤ ਦਿੱਤੀ। ਜਦੋਂ FIR ਹੋ ਜਾਂਦੀ ਆ ਤੇ ਕੰਪਲੇਂਟ ਵਾਪਸ ਵੀ ਕੋਰਟ ਦੇ ਤਹਿਤ ਹੀ ਹੁੰਦੀ ਆ। ਸੋ ਉਹਦੇ 'ਚ ਕਲੋਜ਼ਰ ਰਿਪੋਰਟ ਉਹਨਾਂ ਨੇ ਫਾਈਲ ਕੀਤੀ ਆ। ਹੁਣ ਕੋਰਟ ਕਲੋਜ਼ਰ ਰਿਪੋਰਟ ਨੂੰ ਮੰਨਦਾ ਜਾਂ ਨਹੀਂ ਮੰਨਦਾ ਇਹ ਦੇਖਣਾ ਹੋਊਗਾ। ਔਰ ਇਸ ਮਸਲੇ ਦੀ ਸੁਣਵਾਈ ਜਿਹੜੀ ਆ 4 ਜੁਲਾਈ ਨੂੰ ਆ। ਲੇਕਿਨ ਜਿਹੜੇ ਬਾਕੀ 6 ਪਹਿਲਵਾਨ ਸੀ, ਮਹਿਲਾ ਪਹਿਲਵਾਨ ਸੀ, ਉਹਨਾਂ ਨੇ ਕੰਪਲੇਂਟ ਦਾਇਰ ਕੀਤੀ ਸੀ ਦਿੱਲੀ ਪੁਲਿਸ ਕੋਲ, ਉਹਨਾਂ ਕੰਪਲੇਂਟ ਦੇ ਉੱਪਰ ਦਿੱਲੀ ਪੁਲਿਸ ਨੇ ਚਾਰਜਸ ਫਰੇਮ ਕੀਤੇ ਨੇ। ਉਹਨਾਂ ਨੇ ਕਿਹਾ ਕਿ 353 ਦੇ ਤਹਿਤ ਬ੍ਰਿਜ ਭੂਸ਼ਣ ਸ਼ਰਨ ਸਿੰਘ ਤੇ ਉਹਨਾਂ ਦੇ ਸਾਥੀ ਵਿਨੋਦ ਤੋਮਰ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ। ਔਰ ਉਹਨਾਂ ਨੇ ਕਿਹਾ ਕਿ ਇਹਨਾਂ ਪਹਿਲਵਾਨਾਂ ਨੇ ਦੋਸ਼ ਲਾਇਆ ਸੀ ਕਿ ਉਹਨਾਂ ਨਾਲ ਛੇੜਛਾੜ ਕੀਤੀ ਗਈ, ਉਹਨਾਂ ਨੂੰ ਗਲਤ ਤਰੀਕੇ ਨਾਲ ਟੱਚ ਕੀਤਾ ਗਿਆ ਔਰ ਉਹਨਾਂ ਦਾ ਪਿੱਛਾ ਕੀਤਾ ਗਿਆ। ਸੋ ਇਹਦੇ ਵਿੱਚ ਜੇ ਦੋਸ਼ ਸਾਬਤ ਹੋ ਜਾਂਦੇ ਨੇ ਤੇ 5 ਸਾਲ ਦੀ ਸਜ਼ਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਹੋ ਸਕਦੀ ਆ। ਲੇਕਿਨ ਮੈਂ ਜਿਵੇਂ ਅੱਗੇ ਦੱਸਿਆ ਕਿ ਸਿਰਫ ਪਹਿਲਵਾਨਾਂ ਦੀਆਂ ਸਟੇਟਮੈਂਟਸ ਐਵੀਡੈਂਸ ਆ ਜਾਂ ਉਹਨਾਂ ਦੇ ਨਜ਼ਦੀਕੀਆਂ ਦੀ ਐਵੀਡੈਂਸ ਆ, ਇਹਦੇ 'ਚ ਤਕਨੀਕੀ ਪੱਖੋਂ ਇਹ ਕੇਸ ਜਿਹੜਾ ਵਾ ਕਮਜ਼ੋਰ ਆ। ਸੋ ਇਹ ਸਾਬਤ ਹੋਵੇਗਾ ਜਾਂ ਨਹੀਂ ਹੋਵੇਗਾ, ਇਹ ਇੱਕ ਬਹੁਤ ਵੱਡਾ ਸਵਾਲ ਆ। ਮੈਕਸਿਮਮ ਪਨਿਸ਼ਮੈਂਟ ਇਸ ਕੇਸ ਦੇ ਵਿੱਚ ਹੈ, ਜੇ ਸਾਰੇ ਦੋਸ਼ ਸਾਬਤ ਵੀ ਹੋ ਜਾਂਦੇ ਆ, 5 ਸਾਲ। ਔਰ ਕਿਉਂਕਿ ਇਹ ਪਨਿਸ਼ਮੈਂਟ ਸਿਰਫ 5 ਸਾਲ ਆ, ਇਸੇ ਕਰਕੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਜਾਂ ਉਹਦੇ ਸਾਥੀ ਵਿਨੋਦ ਤੋਮਰ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਪੁਲਿਸ ਦਾ ਕਹਿਣਾ ਵਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਸੀ ਅਰਨੀਸ਼ ਕੁਮਾਰ ਵਰਸਸ ਸਟੇਟ ਆਫ ਬਿਹਾਰ ਕੇਸ ਦੇ ਵਿੱਚ ਕਿ ਜੇ ਵੱਧ ਤੋਂ ਵੱਧ ਸਜ਼ਾ ਕਿਸੇ ਵੀ ਕੇਸ ਦੇ ਵਿੱਚ 7 ਸਾਲ ਤੋਂ ਘੱਟ ਆ ਤੇ ਗ੍ਰਿਫਤਾਰੀ ਲਾਜ਼ਮੀ ਨਹੀਂ। ਲੇਕਿਨ ਆਪਾਂ ਨੂੰ ਪਤਾ ਹੀ ਆ ਕਿ ਪੁਲਿਸ ਤੇ ਇੱਥੇ ਇੱਕ ਬਹਾਨਾ ਹੀ ਲੱਭਦੀ ਹੁੰਦੀ ਹੈ ਜੇ ਕਿਸੇ ਨੂੰ ਗ੍ਰਿਫਤਾਰ ਕਰਨਾ ਹੋਵੇ। ਔਰ ਇੱਥੇ ਤੇ ਬਹੁਤ ਗੰਭੀਰ ਆਰੋਪ ਨੇ, 5 ਸਾਲ ਵੀ ਸਜ਼ਾ ਬਹੁਤ ਹੁੰਦੀ ਹੈ। ਔਰ ਇਹਦੇ ਵਿੱਚ ਉਹਨਾਂ ਨੇ ਉਸ ਸੁਪਰੀਮ ਕੋਰਟ ਦੇ ਜੱਜਮੈਂਟ ਦਾ ਹਵਾਲਾ ਦੇ ਕੇ ਉਹਦੀ ਗ੍ਰਿਫਤਾਰੀ ਨਹੀਂ ਹੁਣ ਤੱਕ ਕੀਤੀ। ਪਹਿਲਵਾਨ ਮੰਗ ਕਰਦੇ ਰਹੇ ਵੀ ਇਹਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ, ਲੇਕਿਨ ਬੜੀ ਅਫਸੋਸ ਦੀ ਗੱਲ ਹੈ ਕਿ ਇਸ ਕੇਸ ਦੇ ਵਿੱਚ ਉਹਦੀ ਗ੍ਰਿਫਤਾਰੀ ਨਹੀਂ ਹੋਈ। ਇਨਫੈਕਟ ਫੀਮੇਲ ਐਥਲੀਟਸ ਦੇ ਨਾਲ, ਮਹਿਲਾ ਪਲੇਅਰਾਂ ਦੇ ਨਾਲ ਧੱਕਾ ਹਮੇਸ਼ਾ ਹੁੰਦਾ ਰਿਹਾ ਵਾ ਔਰ ਬਹੁਤ ਸਾਰੇ ਕੇਸਿਸ ਸਾਹਮਣੇ ਆਉਂਦੇ ਆ, ਪਰ ਫਿਰ ਵੀ ਸਜ਼ਾ ਨਹੀਂ ਹੁੰਦੀ। ਔਰ ਜੇ ਇਹ ਕੇਸ ਬੜੇ ਸਾਲ ਲਮਕਦੇ ਰਹਿੰਦੇ ਆ, ਲੋਕ ਥੱਕ ਕੇ ਜਿਹੜੇ ਕੰਪਲੇਂਟ ਨੇ ਉਹ ਕੰਪਲੇਂਟ ਵਾਪਸ ਲੈ ਲੈਂਦੇ, ਕਿਉਂਕਿ ਬਦਨਾਮੀ ਜਿਹੜਾ ਦੋਸ਼ੀ ਉਹਦੀ ਘੱਟ ਹੁੰਦੀ ਹੈ, ਜਿਹੜਾ ਵਿਚਾਰਾ ਕੰਪਲੇਨੈਂਟ ਹੈ ਉਹਦੀ ਜ਼ਿਆਦਾ ਹੁੰਦੀ, ਖਾਸ ਕਰਕੇ ਜੇ ਔਰਤ ਹੋਵੇ ਤੇ ਲੋਕੀ ਟਿਚਰਾਂ ਕਰਨ ਲੱਗ ਪੈਂਦੇ ਆ। ਲੋਕੀ ਆਂਦੇ ਕੀ ਕਰਨ ਗਏ ਸੀ ਗਰਾਊਂਡ ਦੇ ਵਿੱਚ, ਕੀ ਕਰਨ ਗਏ ਸੀ ਪਲੇਅਰ, ਕੀ ਲੋੜ ਸੀ ਤੁਹਾਨੂੰ ਨਿੱਕਰ ਪਾ ਕੇ ਉਹਨਾਂ ਦੇ ਸਾਹਮਣੇ ਜਾ ਕੇ ਆਉਣ ਦੀ, ਸੋ ਕੀ ਤੁਸੀਂ ਆਪ ਇਨਵਾਈਟ ਕਰ ਰਹੇ ਸੀ? ਸੋ ਇਹੋ ਜਿਹੇ ਕਮੈਂਟਸ ਆਉਣ ਲੱਗ ਪੈਂਦੇ। ਇਸ ਕਰਕੇ ਪਲੇਅਰ ਜਿਹੜੇ ਨੇ ਉਹ ਝਿਜਕਦੇ ਆ ਇਹੋ ਜਿਹੀਆਂ ਕੰਪਲੇਂਟਸ ਕਰਨ ਤੋਂ। ਬਹੁਤ ਲੋਕਾਂ ਨੂੰ ਜਦੋਂ ਉਹ ਵੇਖਦੇ ਆ ਵੀ ਆਹ ਕੁਛ ਹੋ ਰਿਹਾ ਉੱਥੇ, ਉਹ ਪਿੱਛੇ ਹਟ ਜਾਂਦੇ ਆ, ਖੇਡਣਾ ਬੰਦ ਕਰ ਦਿੰਦੇ ਆ। ਸੋ ਸਾਨੂੰ ਆਪਣੇ ਖੇਡ ਮੈਦਾਨ ਨੂੰ ਬਿਲਕੁਲ ਸੁਰੱਖਿਅਤ ਕਰਨ ਦੀ ਲੋੜ ਆ ਔਰ ਇਹੋ ਜਿਹੇ ਅਧਿਕਾਰੀ ਅੱਗੇ ਆਉਣੇ ਚਾਹੀਦੇ ਆ ਜਿਹੜੇ ਇਹੋ ਜਿਹੀ ਮਾੜੀ ਮਨਸ਼ਾ ਨਹੀਂ ਰੱਖਦੇ। ਇੱਕ ਹੋਰ ਕਾਲਰ ਜੁੜ ਗਏ ਨੇ, ਦੇਖਦੇ ਆ ਕੀ ਕਹਿਣਾ ਚਾਹੁੰਦੇ ਆ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਸਾਹਿਬ।
ਸੰਧੂ ਸਾਹਿਬ ਜਿਹੜੀ ਹਾਂਜੀ ਸ਼ੇਰਗਿੱਲ ਜੀ। ਏਜੰਸੀ ਨੇ ਤਫਤੀਸ਼ ਕਰਨੀ ਹੈ ਉਹ ਏਜੰਸੀ ਉਹ ਬੇਈਮਾਨ ਹੈ, ਜਿਹੜਾ ਉਹਦੇ ਉੱਪਰ ਬੈਠਾ ਉਹ ਵੀ ਬੇਈਮਾਨ ਹੈ। ਸਾਰਾ ਇਨਸਾਫ ਕਿਹਨੂੰ ਮਿਲਣਾ? ਤੇ ਏਜੰਸੀਆਂ ਕਿੱਥੋਂ ਲੈ ਕੇ ਆਈਏ ਫਿਰ? ਏਜੰਸੀਆਂ ਤੇ ਮੁਲਕ ਦੀਆਂ ਹੀ ਹੋਣਗੀਆਂ ਨਾ ਸਰ। ਜਦ ਦੇਸ਼ ਦਾ ਰਾਜਾ ਹੀ ਕਰਪਟ ਹੈ ਫਿਰ ਥੱਲੇ ਵਾਲਾ ਕੀ ਕਰੂਗਾ? ਇਹ ਸਾਡੇ ਦੇਸ਼ ਦੀ ਮੰਦਭਾਗੀ ਕਿਸਮਤ ਹੈ ਵੀ ਸਮਝੋ ਵੀ ਜਦੋਂ ਕੋਈ ਰਾਜਾ ਬਣ ਗਿਆ ਸਾਰਾ ਕਾਨੂੰਨ ਉਹਦੀ ਲੱਤ ਨਾਲ ਮੰਨਿਆ ਜਾਂਦਾ। ਤੇ ਫਿਰ ਰਾਜੇ ਕਿੱਥੋਂ ਲਿਆਈਏ? ਬਾਹਰੋਂ ਥੋੜਾ ਲੈ ਆਈਏ ਸ਼ੇਰਗਿੱਲ ਜੀ, ਰਾਜੇ ਚੰਗੇ ਚੁਣੀਏ ਨਾ ਫਿਰ ਆਪਾਂ। ਮੈਂ ਸਰ ਉਹੀ ਤਾਂ ਦੱਸ ਰਿਹਾ ਜੀ। ਦੇਖੋ ਹੁਣ ਟਰੰਪ ਨੇ ਗਲਤੀ ਕੀਤੀ, ਅਗਲੇ ਨੇ ਟੰਗ ਤਾਂ ਨਾ ਜੀ। ਪਤਾ ਨਹੀਂ ਟੰਗ ਤੱਕ ਨਹੀਂ, ਹਾਲੀ ਕੇਸ ਚੱਲ ਰਿਹਾ ਵਾ। ਨਹੀਂ ਤੁਸੀਂ ਦੇਖੋ ਫਰਕ ਤਾਂ ਹੈ ਨਾ ਜੀ ਇੱਥੇ ਨਾਲੋਂ ਨਾ ਜੀ। ਹਾਂ ਇਹ ਇੱਥੇ ਵਾਲਾ ਕੰਮ ਤਾਂ ਨਹੀਂ ਹੈ ਵੀ ਕੱਪੜੇ ਅਮਰੀਕਾ ਵਾਲੇ, ਪੈਨ ਵੀ ਅਮਰੀਕਾ ਵਾਲਾ, ਜਹਾਜ਼ ਵੀ ਅਮਰੀਕਾ ਵਾਲਾ। ਕੰਮ ਦੇਖੋ ਤੁਹਾਡੇ ਸਾਹਮਣੇ ਕਿਹੋ ਜਿਹੇ ਨੇ। ਜਦ ਕਿ ਦੇਸ਼ ਦੀ ਬੱਚੀ ਨੂੰ ਇਨਸਾਫ ਨਹੀਂ ਮਿਲ ਰਿਹਾ, ਫਿਰ ਬੇਟੀ ਬਚਾਓ ਬੇਟੀ ਪੜਾਓ ਦਾ ਤਾਂ ਕੋਈ ਮਤਲਬ ਨਹੀਂ ਰਹਿ ਗਿਆ ਜੀ। ਇਹਦਾ ਜਨਤਾ ਨੂੰ ਅੱਖਾਂ ਖੋਲਣੀਆਂ ਚਾਹੀਦੀਆਂ ਨੇ। ਪਰ ਕੀ ਲੱਗਦਾ ਸ਼ੇਰਗਿੱਲ ਜੀ, ਇਹੋ ਜਿਹੇ ਮਸਲੇ ਤੇ ਆਮ ਲੋਕ ਕਿਉਂ ਨਹੀਂ ਉੱਠਦੇ? ਆਮ ਲੋਕ ਕਿਉਂ ਨਹੀਂ ਆਪਣੀ ਆਵਾਜ਼ ਬੁਲੰਦ ਕਰਦੇ? ਸਰ ਆਮ ਲੋਕ ਉੱਠਦੇ ਨੇ, ਆਮ ਲੋਕਾਂ ਨੂੰ ਦਬਾਇਆ ਜਾਂਦਾ। ਹੁਣ ਤੁਸੀਂ ਦੇਖ ਲਓ ਵੀ ਜਿਹੜਾ ਵੀ ਕੋਈ ਬੋਲਣ ਵਾਲਾ ਉਹਦੇ ਗੋਲੀ ਦਾ ਪਹਿਰਾ ਹੈ ਜੀ। ਬਸ ਪੰਜਾਬ ਦੀ ਜਿਹੜੀ ਬਾਲੀਵੁੱਡ ਹੈ ਸਾਰਾ ਸਿੱਧੂ ਮੂਸੇਵਾਲੇ ਨੂੰ ਮਾਰ ਕੇ ਡੈਮੇਜ ਕਰਤਾ। ਸਾਰੇ ਕਲਾਕਾਰ ਘਰ ਬੈਠੇ ਨੇ। ਉਹਦੇ ਨਾਲ ਕਿੰਨੀ ਬੇਰੁਜ਼ਗਾਰੀ ਫੈਲ ਗਈ ਜੀ। ਉਹਦੇ ਨਾਲ ਕਿੰਨੇ ਬੰਦੇ ਕੰਮ ਕਰਦੇ ਸੀਗੇ ਜੀ। ਇਹ ਸਾਰੇ ਪਾਲਿਸੀ ਦੇਸ਼ ਨੂੰ ਡੋਬਣ ਦੀ ਚੱਲ ਰਹੀ ਹੈ, ਮੈਨੂੰ ਤਾਂ ਲੱਗਦਾ। ਇਹਦਾ ਸਾਡੀ ਜਨਤਾ ਨੂੰ ਸਮਝਣਾ ਪਊਗਾ। ਜਿਹੜੇ ਅੰਨ ਭਗਤ ਹੈ ਨਾ, ਜਿਹੜੇ ਰਿਲੀਜਨ ਦੇ ਨਾਂ ਤੇ ਵੋਟਾਂ ਦੇ ਰਹੇ ਨੇ, ਉਹ ਦੇਸ਼ ਦਾ ਬੇੜਾ ਗਰਕ ਕਰ ਰਹੇ ਨੇ ਜੀ। ਇਹ ਲੋਕ ਰਿਲੀਜਨ ਨੂੰ ਚੱਕਦੇ ਨੇ, ਜਨਤਾ ਦੇ ਹਿੱਤਾਂ ਮਤਲਬ ਭਾਵਨਾਵਾਂ ਨਾਲ ਖੇਡਦੇ ਨੇ, ਵੋਟਾਂ ਲੈ ਕੇ ਰਾਜੇ ਬਣ ਜਾਂਦੇ ਨੇ। ਇਹਨਾਂ ਨੂੰ ਮੁੜ ਕੇ ਕਿਸੇ ਰਿਲੀਜਨ ਨਾਲ ਕੋਈ ਮਤਲਬ ਨਹੀਂ। ਜਿਹੜੇ ਬੰਦੇ ਰਿਲੀਜਨ ਦੇ ਵਿੱਚੋਂ 80% ਖਾ ਜਾਣਾ ਹੈ, ਉਹ ਲੋਕਾਂ ਨੂੰ ਫਿਰ ਆਪਾਂ ਰਿਲੀਜਨ ਦੇ ਰਾਖੇ ਥੋੜੀ ਮੰਨਾਂਗੇ। ਉਹ ਤਾਂ ਜਨਤਾ ਦੇ ਵੀ ਦੁਸ਼ਮਣ ਹੈ, ਭਗਵਾਨ ਦੇ ਵੀ ਦੁਸ਼ਮਣ ਨੇ ਜੀ। ਥੈਂਕ ਯੂ। ਮਿਹਰਬਾਨੀ ਸ਼ੇਰਗਿੱਲ ਜੀ। ਵਾਕਈ ਮਸਲਾ ਬੜਾ ਸੀਰੀਅਸ ਆ ਔਰ ਅਸੀਂ ਤੁਹਾਡੇ ਨਾਲ ਕੁਝ ਤਸਵੀਰਾਂ ਸ਼ੇਅਰ ਕਰ ਰਹੇ ਹਾਂ, ਕੁਝ ਪੁਰਾਣੀਆਂ ਤਸਵੀਰਾਂ ਵਾ ਪਲੇਅਰਾਂ ਦੀਆਂ। ਔਰ ਬੰਦਾ ਤਸਵੀਰਾਂ ਵੇਖ ਕੇ ਭਾਵੁਕ ਵੀ ਹੋ ਜਾਂਦਾ ਵਾ ਵੀ ਦੇਖੋ ਕਿਸੇ ਵੇਲੇ ਇਹ ਪਲੇਅਰ ਇੰਨੀ ਇੱਜ਼ਤ ਮਾਨ ਸੀ, ਇਹਨਾਂ ਦਾ ਮੁਲਕ ਦਾ ਨਾਂ ਰੋਸ਼ਨ ਕਰ ਰਹੇ ਸੀ। ਇੰਡੀਆ ਉਹਨਾਂ ਦੇ ਟਰੈਕ ਸੂਟ ਦੇ ਉੱਤੇ ਲਿਖਿਆ ਸੀ ਔਰ ਇੰਡੀਆ ਦਾ ਟਰੈਕ ਸੂਟ ਪਾ ਕੇ ਉਹਨਾਂ ਨੂੰ ਮੈਡਲ ਮਿਲ ਰਿਹਾ, ਅੰਤਰਰਾਸ਼ਟਰੀ ਪੱਧਰ 'ਤੇ ਮੈਡਲ ਮਿਲ ਰਿਹਾ। ਸੋ ਅੰਤਰਰਾਸ਼ਟਰੀ ਪਲੇਅਰ ਨੇ ਔਰ ਉਹਨਾਂ ਨਾਲ ਕਿਸ ਤਰ੍ਹਾਂ ਦਾ ਖਿਲਵਾੜ ਹੋ ਰਿਹਾ। ਔਰ ਜਿਹੜੇ ਲੋਕੀ ਖਿਲਵਾੜ ਕਰਦੇ ਨੇ ਉਹਨਾਂ ਦੇ ਖਿਲਾਫ ਅਸੀਂ ਸਜ਼ਾ ਦੇਣ ਤੋਂ ਝਿਜਕਦੇ ਹਾਂ। ਕੀ ਇਨਸਾਫ ਹੈ ਇੱਥੇ? ਕੀ ਮੁਲਕ ਹੈ ਆਪਣਾ? ਕੀ ਸਿਸਟਮ ਹੈ? ਇਸੇ ਕਰਕੇ ਲੋਕੀ ਬਹੁਤ ਸਾਰੇ ਜਿਹੜੇ ਨੇ ਉਹ ਬਾਹਰ ਜਾਣਾ ਚਾਹੁੰਦੇ ਆ। ਫਿਰ ਆਪਾਂ ਇਹਨੇ ਬਾਹਰ ਕਿਉਂ ਜਾਂਦੇ ਆ? ਬਾਹਰ ਕਿਉਂ ਭੱਜਦੇ ਆ? ਇੱਥੇ ਰਹਿ ਕੇ ਲੜਨਾ ਚਾਹੀਦਾ। ਕੀ ਲੜਾਈ ਕਰ ਲੜਨੀ ਬੰਦੇ ਨੇ? ਤੁਸੀਂ ਵੇਖ ਹੀ ਲਿਆ ਵਾ, ਜਿਹੜੇ ਜਦੋਜਹਿਦ ਕਰ ਰਹੇ ਨੇ ਉਹਨਾਂ ਨੂੰ ਬੇਸਿਕਲੀ ਉਹ ਕੀ ਕਰ ਰਹੇ? ਉਹ ਕੇਸ ਦਰਜ ਕੀਤਾ, ਉਹਦੇ 'ਤੇ ਕੇਸ 'ਤੇ ਪ੍ਰੋਪਰ ਤਫਤੀਸ਼ ਹੋਵੇ ਅਤੇ ਸੁਣਵਾਈ ਹੋਵੇ। ਕਿਉਂ ਲੋੜ ਪਵੇ ਉਹਨਾਂ ਨੂੰ ਆ ਸੜਕਾਂ 'ਤੇ ਉਤਰਨ ਦੀ? ਕਿਉਂ ਲੋੜ ਪਵੇ ਧਰਨੇ ਦੇਣ ਦੀ? ਪਰ ਦੇਣਾ ਪੈਂਦਾ ਵਾ, ਕੀ ਕਰੀਏ। ਵਿਲ ਟੇਕ ਦੀ ਨੈਕਸਟ ਕਾਲ। ਦੇਖਦੇ ਅਗਲੇ ਕਾਲਰ ਕੀ ਕਹਿੰਦੇ। ਹੈਲੋ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਮੈਂ ਲਾਲ ਸਿੰਘ ਬੋਲਦਾ ਜੀ ਬੁਢਲਾਡੇ ਜੀ। ਲਾਲ ਸਿੰਘ ਜੀ। ਸੰਧੂ ਸਾਹਿਬ ਜਿਸ ਦਿਨ ਧਰਨਾ ਲੱਗਿਆ ਸੀ ਤਾਂ ਉੱਥੇ ਕਹਿਤਾ ਸੀ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਇਨਸਾਫ ਨਹੀਂ ਮੰਗਣਾ। ਦੂਸਰੀ ਗੱਲ, ਜਦੋਂ ਇੱਕ ਵਿੱਚੋਂ ਬੀਬੀ ਮੁਕਰਾ ਲਈ, ਉਹਨਾਂ ਨੇ ਦਬਾਅ ਪਾ ਕੇ ਉਹਨਾਂ ਦੇ ਪਿਤਾ ਨੂੰ ਮੁਕਰਾ ਲਿਆ। ਅਸੀਂ ਉਹ ਵੀ ਕਹਿਤਾ ਵੀ ਪੋਸਕੋ ਐਕਟ ਹੁਣ ਉੱਡ ਜਾਣਾ। ਉਹੀ ਹੋਇਆ ਸੰਧੂ ਸਾਹਿਬ। ਇਹਨੇ ਕੀ ਕੀਤਾ, ਦਬਾਅ ਪਾਉਣ ਵਾਸਤੇ ਸਰਕਾਰ ਤੇ 35 ਕਿਲੋਮੀਟਰ ਦਾ ਕਾਫਲਾ ਕੱਢਿਆ। ਦੇਖੋ ਆਪਣਾ ਤਾਕਤ ਦਿਖਾਉਣ ਵਾਸਤੇ। ਕਿੱਥੇ 35 ਕਿਲੋਮੀਟਰ ਦਾ ਕਿਤੇ ਇਨਸਾਫ ਕਿੱਧਰ ਮਿਲੂਗਾ? ਇਹ ਤਾਂ ਜੇ ਕਿਤੇ ਉਦੋਂ ਅੰਦੋਲਨ ਵੀ ਨਹੀਂ ਜਿੱਤਿਆ ਜਾਣਾ ਸੀਗਾ, ਕਿਤੇ ਸਾਰੀ ਦੁਨੀਆ ਇਕੱਠੀ ਨਾ ਆਉਂਦੀ, ਉਹੀ ਕੰਮ ਹੋਇਆ। ਇਹਨਾਂ ਨੂੰ ਵਿਚਾਰਿਆਂ ਨੂੰ ਕਿੱਥੇ ਇਨਸਾਫ ਮਿਲਣਾ? ਜੇ ਇਹਨਾਂ ਦਾ ਕੋਈ ਕੁੱਤਾ ਵੀ ਕਿਸੇ ਨੂੰ ਵੱਢ ਲਵੇ ਤਾਂ ਮਤਲਬ ਕੁੱਤੇ ਨੂੰ ਸਜ਼ਾ ਨਹੀਂ ਦਿੰਦੇ। ਇਹ ਤਾਂ ਫੇਰ ਵੀ ਬਾਹੂਬਲੀ ਹੈ ਸੰਧੂ ਸਾਹਿਬ। ਨਹੀਂ, ਪਰ ਇਹਦੇ 'ਚ ਕੀ ਲੱਗਦਾ ਵਾ ਵੀ ਜਿਵੇਂ ਉਹਨਾਂ ਨੇ ਸਾਰੇ ਪਲੇਅਰਾਂ ਨੇ ਇਕੱਠੇ ਹੋ ਕੇ ਆਵਾਜ਼ ਚੁੱਕੀ ਸੀਗੀ, ਤੇ ਇਹਦੇ 'ਚ ਫਿਰ ਇਨਸਾਫ ਲਈ ਹੋਰ ਕੀ ਕਰਨ ਦੀ ਲੋੜ ਸੀ? ਫਿਰ ਇਨਸਾਫ ਦੀ ਹੋਰ ਕੀ ਕਰਨ ਦੀ ਲੋੜ ਸੀ? ਜ਼ਿਆਦਾ ਤੇ ਬੰਦਾ ਜਦੋਂ ਆਪਾਂ ਸੰਧੂ ਸਾਹਿਬ ਘਰੋਂ ਤੁਰਦੇ ਆ, ਇਹ ਮੰਨ ਕੇ ਚੱਲੇ ਵੀ ਘਰੇ ਸਾਡੀ ਕੋਈ ਸ਼ਾਮ ਨੂੰ ਰੋਟੀ ਨਾ ਪਕਾਵੇ। ਜ਼ਿਆਦਾ ਇਹਨਾਂ ਨੇ ਮੁੱਕਰਦਾ ਨਹੀਂ ਸੀਗਾ। ਉਹ ਮੁੱਕਰਨ ਕਰਕੇ ਉਹ ਜੋ ਵਿੱਚੋਂ ਖਦੇੜ ਲੈਂਦੇ ਨੇ, ਉਹਦੇ ਕਰਕੇ ਵੀਕ ਪੈਂਦਾ ਥੋੜਾ ਜਿਹਾ ਅੰਦੋਲਨ, ਕਮਜ਼ੋਰ ਪੈ ਜਾਂਦਾ। ਹੋਰ ਤੇਰੇ ਮੇਰੇ ਵਰਗੇ ਪਿੱਛੇ ਹਟਣ ਲੱਗ ਜਾਂਦੇ। ਹਾਲਾਂਕਿ ਇਹਨਾਂ ਦੇ ਵੀ ਦੁਬਾਰੀ ਨਹੀਂ ਹੈਗੀ ਯਾਰ, ਪਿੱਛੇ ਨਾ ਹਟ ਜਾਣ। ਆਹ ਕਮਜ਼ੋਰੀ ਵਿੱਚ ਵੱਡੀ ਹੁੰਦੀ ਹੈ। ਸ਼ੋਰ। ਮਿਹਰਬਾਨੀ ਲਾਲ ਸਿੰਘ ਜੀ, ਬਿਲਕੁਲ ਸਹੀ ਗੱਲ ਆ। ਬਲਵੰਤ ਸਿੰਘ ਬੰਤ ਦਾ ਵੀ ਕਮੈਂਟ ਆਇਆ ਵਾ ਕਿ ਜਿਹੜੇ ਖਿਡਾਰੀਆਂ ਨੂੰ ਸਾਰੀ ਦੁਨੀਆ ਜਾਣਦੀ ਹੈ, ਮੈਡਲ ਵਿਨਰ ਨੇ, ਜੇ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਆਮ ਲੋਕਾਂ ਨੂੰ ਕੀ ਇਨਸਾਫ ਮਿਲਣਾ ਵਾ? ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਭਾਜਪਾ ਹਿੰਦੂ ਰਾਸ਼ਟਰ ਦੇ ਸੰਵਿਧਾਨ ਮਨੂ ਸਮ੍ਰਿਤੀ ਲਾਗੂ ਕਰਨਾ ਚਾਹੁੰਦੀ ਹੈ, ਜੋ ਬਹੁਤ ਹੀ ਖਤਰਨਾਕ ਹੋਵੇਗਾ। ਪਰ ਕਿਹੜੀ ਸਮ੍ਰਿਤੀ ਆਉਂਦੀ ਹੈ ਜੀ ਵੀ ਤੁਸੀਂ ਬੱਚੀਆਂ ਨਾਲ ਧੱਕਾ ਕਰੋ ਅਤੇ ਉਹਦੇ 'ਤੇ ਇਨਸਾਫ ਨਾ ਦਿਓ?
ਆਫਟਰ ਆਲ ਇਹ ਕੀ ਮੰਗ ਕਰ ਰਹੇ ਆ, ਇਨਸਾਫ ਹੀ ਮੰਗ ਕਰ ਰਹੇ ਆ। ਸਤਨਾਮ ਸਿੰਘ ਧਾਮੀ ਕਹਿ ਰਹੇ ਨੇ ਕਿ ਰਿਪੋਰਟ ਜਦੋਂ ਕੰਪਲੇਂਟ ਆਉਂਦੀ ਹੈ ਇੱਕਦਮ ਲਿਖੀ ਜਾਣੀ ਚਾਹੀਦੀ ਆ, ਔਰ ਉਸ ਤੋਂ ਬਾਅਦ ਫਿਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਇਹਦੇ ਬੜਾ ਅਫਸੋਸ ਦੀ ਗੱਲ ਹੈ ਕਿ ਇਹ ਜਿਹੜੇ ਵਿਚਾਰੇ ਜਿਹੜੇ ਪੀੜਿਤ ਨੇ, ਇਹਨਾਂ ਨੂੰ ਕਈ ਦਿਨ ਜਦੋਜਹਿਦ ਕਰਨੀ ਪਈ। ਦਲਵੀਰ ਸਿੰਘ ਕਹਿ ਰਹੇ ਨੇ ਇਸ ਕੇਸ ਵਿੱਚ ਤਫਤੀਸ਼ ਕਰਨ ਵਾਲੀ ਏਜੰਸੀ ਹੀ ਬੇਈਮਾਨ ਹੈ, ਕੁਝ ਨਹੀਂ ਹੋਵੇਗਾ। ਮੀਨਵਾਈਲ ਇਹਦੇ 'ਚ ਕੁਝ ਲੋਕਾਂ ਦਾ ਇਹ ਵੀ ਵਿਚਾਰ ਆ ਕਿ ਜਿਹੜੇ ਨਾਬਾਲਿਗ ਲੜਕੀ ਆ ਜਿਹਨੇ ਦੋਸ਼ ਲਾਇਆ ਸੀ ਔਰ ਦੋਸ਼ ਵਾਪਸ ਲੈ ਲਿਆ, ਕਿਹੜੇ ਹਾਲਾਤਾਂ ਦੇ ਵਿੱਚ ਉਹ ਦੋਸ਼ ਵਾਪਸ ਲਿਆ ਗਿਆ, ਇਹਦੀ ਇੱਕ ਸੈਪਰੇਟ ਤਫਤੀਸ਼ ਹੋਣੀ ਚਾਹੀਦੀ ਸੀ। ਔਰ ਜੇ ਸਾਬਤ ਹੋ ਜਾਏ ਵੀ ਉਹਦੇ 'ਤੇ ਪ੍ਰੈਸ਼ਰ ਪਾਇਆ ਗਿਆ ਕਿਸੇ ਤਰੀਕੇ ਦੇ ਨਾਲ, ਤੇ ਫਿਰ ਸਜ਼ਾ ਬਹੁਤ ਸਖਤ ਹੋਣੀ ਚਾਹੀਦੀ ਆ, ਕਿਉਂਕਿ ਆਫਟਰ ਆਲ ਤੁਸੀਂ ਫਿਰ ਕਾਨੂੰਨ ਦੇ ਨਾਲ ਖਿਲਵਾੜ ਕਰ ਰਹੇ ਜੇ। ਸੋ ਉਹਨੂੰ ਕਲੋਜ਼ਰ ਰਿਪੋਰਟ ਫਾਈਲ ਕਰਨ ਦੀ ਬਜਾਏ ਪੁਲਿਸ ਨੂੰ ਉੱਥੇ ਕਹਿਣਾ ਚਾਹੀਦਾ ਸੀਗਾ ਕਿ ਅਸੀਂ ਇਹਦੀ ਫਰੈਸ਼ ਇਨਵੈਸਟੀਗੇਸ਼ਨ ਕਰਨਾ ਚਾਹੁੰਦੇ ਹਾਂ ਕਿ ਵਾਕਈ ਇਹ ਦੋਸ਼ ਗਲਤ ਸੀ ਜਿਹੜਾ ਵਾਪਸ ਲਿਆ ਗਿਆ, ਜਾਂ ਪ੍ਰੈਸ਼ਰ ਥੱਲੇ ਉਹ ਦੋਸ਼ ਵਾਪਸ ਲਿਆ ਗਿਆ ਵਾ। ਲੇਕਿਨ ਪੁਲਿਸ ਨੇ ਕਹਿਤਾ ਜੀ ਅਸੀਂ ਕਲੋਜ਼ਰ ਰਿਪੋਰਟ ਫਾਈਲ ਕਰਨਾ ਚਾਹੁੰਦੇ ਹਾਂ। ਬੜਾ ਸੌਖਾ ਜਿਹਾ ਕੰਮ ਹੁੰਦਾ ਵਾ, ਔਰ ਉਹੀ ਪੁਲਿਸ ਨੇ ਕੀਤਾ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਸੰਧੂ ਸਰ, ਰਿੰਕੂ ਰਾਏ ਬੋਲਦਾ। ਹਾਂਜੀ ਰਿੰਕੂ ਰਾਏ ਜੀ। ਸੋ ਅੱਜ ਦਾ ਜਿਹੜਾ ਸਰ ਆਪਾਂ ਡਿਸਕਸ ਕਰ ਰਹੇ ਹਾਂ ਮੁੱਦਾ, ਸੋ ਇਹਦੇ ਵਿੱਚ ਮੈਨੂੰ ਸਮਝ ਨਹੀਂ ਲੱਗਦੀ, ਜਦੋਂ ਆਪਣੇ ਕੋਈ ਵੀ ਖਿਡਾਰੀ ਆ ਜਿਹੜੇ ਮਰਜ਼ੀ ਲੈਣ ਦੇ ਵਿੱਚ ਆ, ਜਦੋਂ ਵੀ ਇੰਡੀਆ ਲਈ ਮੈਡਲ ਲੈ ਕੇ ਆਉਂਦਾ, ਤੋ ਇਹ ਜਿਹੜੇ ਪ੍ਰਧਾਨ ਮੰਤਰੀ ਵਿੱਚ ਵਧਾਈਆਂ ਦੇਣ ਲੱਗ ਪੈਂਦੇ ਆ ਕਿ ਹਾਂਜੀ ਵੀ ਸਾਡੇ ਲਈ ਮੈਡਲ ਲੈ ਕੇ ਆਇਆ, ਫਲਾਨਾ ਲੈ ਕੇ ਆਇਆ, ਧਮਕਾਨਾ ਲੈ ਕੇ ਆਇਆ। ਸੋ ਉਸ ਤੋਂ ਬਾਅਦ ਜਦੋਂ ਥੋੜਾ ਟਾਈਮ ਸਮਝ ਲਓ ਤੁਸੀਂ ਬੀਤ ਜਾਂਦਾ, ਉਸ ਤੋਂ ਬਾਅਦ ਜਦੋਂ ਉਹ ਖਿਡਾਰੀ ਨੂੰ ਨੀਡ ਹੁੰਦੀ ਹੈ ਕਿਸੇ ਵੀ ਚੀਜ਼ ਦੀ, ਜਾਂ ਕੋਈ ਵੀ ਪਰਸਨਲ ਚੀਜ਼, ਕੋਈ ਵੀ ਹੋਰ ਵੀ ਨੀਡ ਹੁੰਦੀ ਹੈ, ਨੀਡਾ ਕਿਉਂਕਿ ਖਿਡਾਰੀ ਜਿਹੜੇ ਹੈਗੇ ਖੇਡਦੇ ਪਏ ਆ, ਉਹਨਾਂ ਤੋਂ ਕਈ ਵੇਲੇ ਤਾਂ ਆਪਣੇ ਸ਼ੂ ਲੈਣ ਦੇ ਲਈ, ਉਹਨਾਂ ਦੇ ਡਰੈਸ ਅਪ ਲੈਣ ਦੇ ਲਈ ਪੈਸੇ ਤੱਕ ਨਹੀਂ ਹੁੰਦੇ। ਸੋ ਜਿਹੜਾ ਕਿ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਮੰਤਰੀ ਆ, ਜਿਹੜੇ ਮੋਹਰੇ ਖਿਡਾਰੀ, ਪਹਿਲੀ ਗੱਲ ਤਾਂ ਉਹ ਮੈਨੂੰ ਜਿਹੜਾ ਮੰਤਰੀ ਦਾ, ਉਹ ਤਾਂ ਜਿਹੜਾ ਉਹ ਮੈਨੂੰ ਜਿਹੜਾ ਮੰਤਰੀ ਬਣਾਇਆ ਹੋਇਆ ਆ, MP, ਉਹ ਤਾਂ ਮੈਂਬਰ ਪਾਰਲੀਮੈਂਟ, ਹਾਂਜੀ ਮੈਂਬਰ ਪਾਰਲੀਮੈਂਟ ਜਿਹੜਾ ਇਹਨਾਂ ਨੇ ਬਣਾਇਆ ਹੋਇਆ, ਤੇ ਉਹ ਮੈਨੂੰ ਤਾਂ ਲੱਗਦਾ ਉਹ ਗੱਦੀ ਦੇ ਬਹਿਣ ਜੋਗੀ ਹੈ ਨਹੀਂ, ਪਹਿਲੀ ਗੱਲ ਤਾਂ, ਚਾਹੇ ਵੀ ਕਿਸੇ ਵੀ ਪਾਰਟੀ ਨੂੰ। ਚਲੋ ਇਹ ਤੇ ਦੇਖੋ 5-7 ਵਾਰੀ ਉਹਨੂੰ ਲੋਕਾਂ ਨੇ ਜਿਤਾਇਆ ਵਾ, ਸੋ ਉਹ ਤੇ ਨਹੀਂ ਆਪਾਂ ਕਹਿ ਸਕਦੇ, ਲੇਕਿਨ ਇਸ ਅਹੁਦੇ ਦੇ ਫਿੱਟ ਨਹੀਂ ਗਾ ਜੇ ਉਹਦੇ ਉੱਤੇ ਇਲਜ਼ਾਮ ਨੇ। ਤੇ ਜੀ ਰਿੰਕੂ ਜੀ, ਸੌਰੀ ਮੈਂ ਗੱਲ ਕਰ ਰਿਹਾ ਸੀ ਤੇ ਤੁਹਾਡੀ ਕਾਲ ਡ੍ਰੌਪ ਹੋ ਗਈ। ਜੇ ਤੁਹਾਡੀ ਗੱਲ ਪੂਰੀ ਨਾ ਹੋਈ ਹੋਵੇ ਤਾਂ ਪਲੀਜ਼ ਦੁਬਾਰਾ ਕਾਲ ਕਰ ਸਕਦੇ ਜੀ। ਮਨਜੀਤ ਸੁਰਖਾਂ ਦਾ ਕਮੈਂਟ ਆਇਆ ਵਾ ਕਿ ਜਿਸ ਦੇਸ਼ ਵਿੱਚ ਪਲੇਅਰਾਂ ਨਾਲੋਂ ਕਲਾਕਾਰਾਂ ਅਤੇ ਫਿਲਮੀ ਸਿਤਾਰਿਆਂ ਦੀ ਵੱਧ ਇੱਜ਼ਤ ਹੈ, ਉਸ ਦੇਸ਼ ਦਾ ਹਾਲ ਕਿਵੇਂ ਬਿਹਤਰ ਹੋ ਸਕਦਾ। ਮਨਜੀਤ ਸੁਰਖਾਂ ਜੀ, ਸੌਰੀ ਮੈਂ ਤੁਹਾਡੇ ਨਾਲ ਐਗਰੀ ਨਹੀਂ ਕਰਦਾ। ਪਲੇਅਰਾਂ ਦੀ ਇੱਕ ਆਪਣੀ ਥਾਂ ਵਾ, ਆਪਣਾ ਵਜੂਦ ਆ, ਕਲਾਕਾਰਾਂ ਦਾ, ਫਿਲਮੀ ਸਿਤਾਰਿਆਂ ਦਾ, ਸਿੰਗਰਾਂ ਦਾ ਆਪਣਾ ਵਜੂਦ ਆ। ਆਪਾਂ ਕਿਸੇ ਨੂੰ ਵੀ ਘੱਟ ਜਾਂ ਵੱਧ ਨਹੀਂ ਕਹਿ ਸਕਦੇ, ਔਰ ਸਾਰਿਆਂ ਦਾ ਜਿਹੜਾ ਵਾ ਉਹਨਾਂ ਨੂੰ ਜੋ ਉਹਨਾਂ ਦਾ ਬਣਦਾ ਮਾਨ ਸਨਮਾਨ ਆ ਉਹ ਮਿਲਣਾ ਚਾਹੀਦਾ ਵਾ। ਦੇ ਮਸਟ ਗੈਟ ਅ ਪਲੇਸ ਅੰਡਰ ਦੀ ਸਨ, ਮੇਰਾ ਇਹ ਵਿਚਾਰ ਆ। ਦੇਖਦੇ ਹਾਂ ਅਗਲੇ ਕਾਲਰ ਕੌਣ ਨੇ। ਹੈਲੋ ਹਾਂਜੀ ਸੰਧੂ, ਸੌਰੀ ਜੀ ਡ੍ਰੌਪ ਹੋ। ਹਾਂਜੀ ਰਿੰਕੂ ਹਾਂਜੀ। ਸੋ ਮੇਰਾ ਕਹਿਣ ਦਾ ਮਤਲਬ, ਮੇਰਾ ਜਿਹੜਾ ਛੋਟਾ ਜਿਹਾ ਇੱਕ ਪੁਆਇੰਟ ਇਹੀ ਆ, ਸੋ ਜਿਹੜੇ ਆਪਣੇ ਖਿਡਾਰੀ ਆ ਜਿਹੜੇ ਇਕੱਲੇ ਇਹ ਲੈਣ ਦੇ ਵਿੱਚ ਨਹੀਂ, ਜਿੰਨੇ ਤੱਕ ਖਿਡਾਰੀ ਪੂਰੇ ਜਿਹੜੀ ਵੀ ਲੈਣ, ਜੋ ਕਿਸੇ ਵੀ ਕੋਈ ਕ੍ਰਿਕਟ ਵਾਲਾ ਵੀ ਆ, ਕੋਈ ਵੀ ਆ, ਉਹ ਵਿੱਚ ਤਾਂ ਉਹਨਾਂ ਦੇ ਬੰਦੇ MP ਬਣੇ ਆ। ਮੈਂ ਉਦੋਂ ਵੀ ਇਹੀ ਗੱਲ ਕਹੀ ਸੀ ਸਰ, ਜੇ ਉਹ ਬੰਦੇ ਨਹੀਂ ਬੋਲਦੇ ਪਏ ਅੱਜ, ਜੇ ਉਹਨਾਂ ਦੇ ਉੱਤੇ ਆ, ਕੱਲ੍ਹ ਨੂੰ ਆਪਣੇ ਜੇ ਕਿਸੇ ਦੇ ਘਰ ਦੇ ਵਿੱਚ ਅੱਜ ਕੁਛ ਹੋ ਰਿਹਾ, ਕੱਲ੍ਹ ਨੂੰ ਆਪਣੇ ਘਰ ਦੇ ਵਿੱਚ ਵੀ ਮੁੜ ਕੇ ਆ ਸਕਦਾ। ਇਹ ਥੋੜਾ ਜਿਹਾ ਖਿਡਾਰੀਆਂ ਨੂੰ ਵੀ ਸੋਚਣਾ ਚਾਹੀਦਾ। ਦੇਖੋ ਜਿੰਨੇ ਤੱਕ ਸਰਕਾਰਾਂ ਹੁੰਦੀਆਂ, ਸਰਕਾਰਾਂ ਨੇ ਕਿਸੇ ਨੇ ਕੀਤਾ। ਪੰਜਾਬ ਦੇ ਵਿੱਚ ਲਾ ਲਓ ਚੰਨੀ ਹੁਣੀ ਕਿੰਨੇ ਪੈਸੇ ਬਣਾ ਕੇ ਖਿਡਾਰੀਆਂ ਤੋਂ, ਮੈਂ ਜ਼ਿਆਦਾ ਟਾਈਮ ਨਹੀਂ, ਜਿੰਨੇ ਤੱਕ ਸਰਕਾਰਾਂ ਹੀ ਕਰਪਟ ਆ, ਸਾਡੇ ਦੇਸ਼ ਦਾ ਕੁਛ ਨਹੀਂ ਹੋ ਸਕਦਾ। ਸਾਡਾ ਦੇਸ਼ ਦਿਨੋਂ ਦਿਨ ਗਿਰਾਵਟ ਵੱਲ ਜਾ ਰਿਹਾ। ਕਿਸੇ ਨੇ ਕੀ ਖੇਡਣਾ ਇਹਨਾਂ ਨੇ? ਇਹਨਾਂ ਨੂੰ ਸਮਾਂ 'ਚ ਹੈਲਪ ਕਰਨੀ ਚਾਹੀਦੀ, ਖਿਡਾਰੀਆਂ ਦੀ ਤਾਂ ਆਹ ਕੰਮ ਕਰਨੇ ਚਾਹੀਦੇ ਆ। ਬਹੁਤ ਵੱਡੀ ਸ਼ਰਮ ਦੀ ਗੱਲ ਆ। ਇੰਡੀਆ ਦੇ ਖਿਡਾਰੀ ਜਿਹੜੇ ਆ ਉਹ ਇਸ ਵੇਲੇ ਪ੍ਰੋਟੈਸਟ ਕਰ ਰਹੇ ਆ। ਇਹ ਕਿੰਨੀ ਵੱਡੀ ਸ਼ਰਮ ਦੀ ਗੱਲ ਹੈ ਇੰਡੀਆ ਵਾਸਤੇ। ਸਰ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੂੰਗਾ, ਬਹੁਤ ਜ਼ਿਆਦਾ ਬਦਮਾਨ ਇੱਥੇ ਬੈਠੇ ਆ, ਗੱਲਾਂ ਬਾਤਾਂ ਸੁਣੀ ਦੀਆਂ, ਪਰ ਮੈਂ ਇਹ ਸ਼ਰਮ ਨਾਲ, ਪਰ ਪਹਿਲੀ ਗੱਲ ਪ੍ਰਧਾਨ ਮੰਤਰੀ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਵੀ ਤੂੰ ਕਿਹੜੇ ਕੰਮ ਕਰਨਾ ਪਿਆ। ਥੈਂਕ ਯੂ ਸਰ। ਥੈਂਕ ਯੂ ਰਿੰਕੂ ਰਾਏ। ਬਿਲਕੁਲ ਭਾਵਨਾਵਾਂ ਜਿਹੜੀਆਂ ਸਾਡੇ ਕਾਲਰਸ ਦੀਆਂ ਨੇ ਉਹ ਬਿਲਕੁਲ ਸਾਡੇ ਸਾਹਮਣੇ ਨੇ। ਪਤਾ ਲੱਗਦਾ ਵਾ ਕਿ ਲੋਕਾਂ ਨੂੰ ਦਰਦ ਆ, ਲੋਕਾਂ ਨੂੰ ਫਿਕਰ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਜਦੋਂ ਵੀ ਕਿਸੇ ਸਿਆਸੀ ਲੀਡਰ ਦੇ ਉੱਤੇ ਇਲਜ਼ਾਮ ਲੱਗਦਾ ਵਾ ਤੇ ਉਹਦੀ ਮੇਰੇ ਖਿਆਲ ਜਿਹੜੀ ਆ ਇਮੀਡੀਏਟ ਕੋਕ ਹੋਣੀ ਚਾਹੀਦੀ ਆ, ਕਿਉਂਕਿ ਲੋਕਾਂ ਨੂੰ ਲੱਗਦਾ ਵੀ ਇਹ ਤਾਕਤਵਰ ਲੋਕ ਨੇ ਔਰ ਕਾਨੂੰਨ ਦੇ ਨਜ਼ਰਾਂ ਦੇ ਵਿੱਚ ਸਾਰੇ ਬਰਾਬਰ ਨੇ। ਸੋ ਕੋਈ ਵੀ ਭਾਵੇਂ ਕੋਈ ਪਲੇਅਰ ਹੋਵੇ ਜਾਂ ਕੋਈ ਕਲਾਕਾਰ ਹੋਵੇ, ਜਾਂ ਜਦੋਂ ਕਿਤੇ ਇਲਜ਼ਾਮ ਲੱਗਦਾ ਵਾ ਸਿਆਸੀ ਲੀਡਰ ਦੇ ਉੱਪਰ,
ਜਿਹੜਾ ਕੰਪਲੇਨੈਂਟ ਆ ਉਹ ਪਲੇਅਰ ਹੋਵੇ ਜਾਂ ਕਲਾਕਾਰ ਹੋਵੇ, ਔਰ ਜਦੋਂ ਇਲਜ਼ਾਮ ਲੱਗਦਾ ਕਿਸੇ ਸਿਆਸੀ ਲੀਡਰ ਤੇ, ਉਦੋਂ ਉਹਦੀ ਕੋਖ ਇਮੀਡੀਏਟਲੀ ਹੋਣੀ ਚਾਹੀਦੀ। ਆਪਾਂ ਵੇਖਿਆ ਵਾ ਪੰਜਾਬ ਦੇ ਵਿੱਚ ਵੀ, ਇਹਦੇ ਨਾਲ ਮੈਂ ਕੰਪੇਅਰ ਤਾਂ ਨਹੀਂ ਕਰਦਾ, ਪੰਜਾਬ ਦੇ ਵਿੱਚ ਵੀ ਕਈ ਲੀਡਰਾਂ ਦੇ ਉੱਪਰ ਬੜੇ ਗੰਭੀਰ ਆਰੋਪ ਲੱਗਦੇ ਰਹੇ ਨੇ, ਹੁਣ ਵੀ ਲੱਗ ਰਹੇ ਆ, ਲੇਕਿਨ ਇੰਝ ਲੱਗਦਾ ਵਾ ਕਿ ਜੇ ਉਹ ਆਪਣੀ ਪਾਰਟੀ ਦਾ ਬੰਦਾ ਹੁੰਦਾ ਤਾਂ ਉਹਦੇ ਖਿਲਾਫ ਪੁਖਤਾ ਕਾਰਵਾਈ ਹੁੰਦੀ ਨਹੀਂ। ਵਿਰੋਧੀਆਂ ਦੇ ਖਿਲਾਫ ਹੁੰਦੀ ਹੈ, ਲੇਕਿਨ ਆਪਣੇ ਬੰਦਿਆਂ ਦੇ ਖਿਲਾਫ ਅਸੀਂ ਕਾਰਵਾਈ ਕਰਨ ਤੋਂ ਝਿਜਕਦੇ ਹਾਂ। ਰਜਿੰਦਰਜੀਤ ਸਿੰਘ ਸੀਰਾ ਸਾਡੇ ਨਾਲ ਫੇਸਬੁੱਕ ਤੇ ਜੁੜ ਗਏ ਨੇ। ਉਹ ਕਹਿ ਰਹੇ ਨੇ ਅਸੀਂ ਸਰਕਾਰ ਵਿੱਚ ਗੁੰਡਿਆਂ ਤੋਂ ਇਨਸਾਫ ਮਿਲਣ ਦੀ ਉਮੀਦ ਰੱਖਦੇ ਹਾਂ, ਪਰ ਹੁਣ ਕੀ ਕਰੀਏ ਸੀਰਾ ਸਾਹਿਬ, ਇਹਨਾਂ ਲੋਕਾਂ ਨੂੰ ਅਸੀਂ ਚੁਣਦੇ ਹਾਂ, ਇਹਨਾਂ ਨੂੰ ਅਸੀਂ ਸੱਤਾ 'ਚ ਲੈ ਕੇ ਆਉਂਦੇ ਹਾਂ, ਫਿਰ ਜਦੋਂ ਉਹਨਾਂ ਦੇ ਖਿਲਾਫ ਇਲਜ਼ਾਮ ਲੱਗਦੇ ਆ ਫਿਰ ਅਸੀਂ ਆਨੇ ਵੀ ਇਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਰਹੀ। ਪਹਿਲਾਂ ਤਾਂ ਮੇਰੇ ਖਿਆਲ ਆਪਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਕਿਹੋ ਜਿਹੇ ਲੋਕਾਂ ਨੂੰ ਸੱਤਾ ਦੇ ਵਿੱਚ ਲੈ ਕੇ ਆ ਰਹੇ ਹਾਂ। ਇੱਕ ਹੋਰ ਕਾਲਰ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਵਿਚਾਰ ਸਾਂਝਾ ਕਰਦੇ ਹਾਂ। ਹੈਲੋ। ਹਾਂਜੀ ਸੰਧੂ ਸਾਹਿਬ ਸਤਿ ਸ੍ਰੀ ਅਕਾਲ, ਮੁਲਤਾਨੀ ਫਰਮ ਨਿਊਯਾਰਕ। ਜੀ ਮੁਲਤਾਨੀ ਜੀ। ਸੰਧੂ ਸਾਹਿਬ ਦੇਖ ਕੇ ਬਹੁਤ ਦੁੱਖ ਹੋ ਰਿਹਾ ਵਾ, ਤੁਸੀਂ ਖੁਦ ਸਪੋਰਟਸਮੈਨ ਰਹੇ ਹੋ, ਜਲੰਧਰ ਹਾਕੀ ਪਲੇਅਰ, ਤੁਹਾਨੂੰ ਪਤਾ ਵਾ ਕਿੰਨੀ ਹਾਰਡ ਆ ਸਪੋਰਟਸਮੈਨਸ਼ਿਪ ਕਰਨੀ, ਕਿੰਨੀ ਆਪਾਂ ਘਰਾਂ ਦੀ ਬਰਬਾਦੀ ਕਰਦੇ ਹਾਂ ਤੇ ਫਿਰ ਅਸੀਂ ਨੈਸ਼ਨਲ ਚੈਂਪੀਅਨ ਬਣਨੇ ਆ। ਇੰਟਰਨੈਸ਼ਨਲ ਪਲੇਅਰ ਨਾਲ ਇਹ ਇਜਾਜ਼ਤੀ ਹੋ ਰਹੀ ਆ ਤੇ ਮਾੜੇ ਮੋਟੇ ਸਪੋਰਟਸਮੈਨ ਨਾਲ ਕਿੰਨਾ ਕਿ ਜ਼ੁਲਮ ਹੁੰਦਾ ਹੋਏਗਾ, ਬੜੇ ਦੁੱਖ ਦੀ ਗੱਲ ਆ। ਤੇ ਪਰ ਅਸੀਂ ਐਕਸਪੈਕਟ ਨਾ ਕਰੀਏ ਕਿ ਤੁਹਾਡੇ ਜਿਹੜੇ ਮੈਜੋਰਿਟੀ ਆਫ ਮੈਂਬਰ ਆਫ ਪਾਰਲੀਮੈਂਟ ਉਹ ਕ੍ਰਿਮੀਨਲ ਐਕਟਸ ਨੇ। ਵਾਟ ਵੀ ਐਕਸਪੈਕਟ ਫਰਮ ਦਿਸ ਪੀਪਲ, ਸਾਨੂੰ ਜਸਟਿਸ ਮਿਲੇਗਾ, ਆਸ ਹੈ, ਸਟਰਗਲ ਕਰਨਾ ਚਾਹੀਦਾ ਵਾ, ਵੀ ਵਿਸ਼ ਦੈਮ ਗੁੱਡ ਲੱਕ ਤੇ ਤਗੜੇ ਕੋਈ ਚਲੋ। ਪਰ ਦੇਖ ਲਓ ਸਿਰਫ ਪੰਜਾਬ ਦੇ ਸਿੰਘ ਉੱਥੇ ਪਹੁੰਚੇ ਆ ਤੇ ਤੁਹਾਡੇ ਹਰਿਆਣੇ ਦੇ ਸਾਡੇ ਭਰਾ ਪਹੁੰਚੇ ਆ, ਜਿਹਨਾਂ ਕਰਕੇ ਸਾਡਾ ਕਿਸਾਨ ਮੋਰਚਾ ਜਿੱਤਿਆ ਗਿਆ ਸੀ, ਤਾਂ ਅਸੀਂ ਮੋਦੀ ਨੂੰ ਮੂੰਹ ਤੇ ਭੱਜ ਗਿਆ ਸੀ। ਹੁਣ ਪੂਰਾ ਇੰਡੀਆ ਸੁੱਤਾ ਪਿਆ ਵਾ, ਬੜਾ ਦੁੱਖ ਦੀ ਗੱਲ ਆ। ਪਰ ਫਿਰ ਵੀ ਵੇਖ ਲਓ ਤੁਹਾਡੇ 'ਚ ਦਿਸ ਨੋ ਜਸਟਿਸ, ਇੰਨਾ ਜ਼ੁਲਮ ਦੀ ਹੱਦ ਹੋ ਗਈ ਇਸ ਸਰਕਾਰ ਦੇ ਵਿੱਚ, ਜਿੱਥੇ ਮਰਜ਼ੀ ਉਹਦੇ ਹੱਥ ਪਾ ਲੈਂਦੇ ਆ। ਦੇਖੋ ਨਿੱਕੀ ਜਿਹੀ ਗੱਲ ਹੋਈ ਸੀ, ਭਾਰਤ ਸਿੱਧੂ ਚੁੱਕ ਕੇ ਅੰਦਰ ਦੇ ਦਿੱਤਾ ਵਾ, ਤੇ ਕਿਸੇ ਨੂੰ ਇਹ ਆਖਿਆ, ਉਹਨੇ ਕਿਸੇ ਨੂੰ ਆਖਿਆ ਤੈਨੂੰ ਕੋਈ ਸ਼ਰਮ ਆਉਂਦੀ ਆ, ਇੰਨੀ ਗੱਲ ਤੈਨੂੰ ਚੁੱਕ ਕੇ ਰਾਈਟ ਅੰਦਰ ਦੇ ਦਿੱਤਾ ਭਾਰਤ ਸਿੱਧੂ ਨੂੰ। ਜਿਹਨੂੰ ਅੰਦਰ ਕਰਨਾ ਵਾ ਉਹਨੂੰ ਕਰਨਾ ਵਾ। ਤੁਹਾਡੇ ਸਾਹਮਣੇ ਪਿੱਛੇ ਇਹਨਾਂ ਨੇ ਇੱਕ ਮਸਜਿਦ ਢਾਈ ਸੀ, ਉਹ ਜਿਹੜੇ ਬੰਦਾ ਖਰੇ 100 ਸੀ, ਉਹਨਾਂ ਨੂੰ ਘਰ ਬੈਠੇ ਬੇਲ ਆਊਟ ਹੋ ਗਈ ਸੀ ਆਫਟਰ 30 ਈਅਰ 25 ਈਅਰ। ਜੋ ਕੁਛ ਕਰਨਾ ਚਾਹੁੰਦੇ ਆ, ਸੁਪਰੀਮ ਕੋਰਟ ਇਹਨਾਂ ਦੇ ਇਸ਼ਾਰੇ ਚੱਲਦੀ ਆ। ਤੁਹਾਡੇ ਸਾਹਮਣੇ ਮੈਂ 100 ਉਦਾਹਰਨ ਦੇ ਸਕਦਾ ਵਾ, ਜਿਨ੍ਹਾਂ ਲੋਕਾਂ ਨੇ ਸਿੱਖਾਂ ਜ਼ੁਲਮ ਕੀਤਾ ਵਾ। ਸਮੇਤ ਤੇ ਨਹੀਂ ਅੱਜ ਮੁੱਛਾਂ ਤਾ ਫਿਰਦਾ, ਬਾਜ਼ਾਰਾਂ ਤੁਰਿਆ ਫਿਰਦਾ ਵਾ। ਸੁਪਰੀਮ ਕੋਰਟ ਕਹਿੰਦੀ ਹੈ 2 ਸਾਲ ਪਹਿਲੇ ਇਤਨੀ ਜਲਦੀ ਕਿਆ ਹੈ, ਜਿਨ੍ਹਾਂ ਫਾਂਸੀ ਲਾਣਾ ਉਹਨਾਂ ਨੂੰ ਲਾ ਦੇਣਾ ਵਿਦ ਨੋ ਟਾਈਮ, ਜਿਨ੍ਹਾਂ ਨੇ ਕੁਛ ਨਹੀਂ ਕਰਨਾ ਉਹਨਾਂ ਨੂੰ ਮਤਲਬ ਖੁਦ ਇਹਨਾਂ ਕੈਟਾਗਰੀ ਇਹੀ ਆ ਗੁੰਡਾਗਰਦੀ, ਇਹਨਾਂ ਕਰਦੇ ਰਹਿਣਾ ਵਾ। ਬਾਕੀ ਗੱਲ ਤੁਹਾਨੂੰ ਤੁਹਾਡੀ ਗੱਲਬਾਤ ਇਹ ਆ, ਇਹ ਲੋਕ ਪੈਸੇ ਦੇ ਕੇ ਤੇ ਅੰਨੇ ਭਗਤ ਇਹ ਕਰਪਟਡ ਬੰਦੇ ਅੱਗੇ ਆਉਂਦੇ ਪਏ ਆ। ਮਨੀ ਟਾਪ ਤੁਸੀਂ ਪਹਿਲੇ ਇੱਕ ਗੱਲ ਕੀਤੀ ਆ, ਜੇ ਪੰਜਾਬ ਕੋਲ ਜਿੱਦਾਂ ਰਿਹਾ ਪ੍ਰਕਾਸ਼ ਬਾਦਲ, ਤੇ ਉਹ ਵੀ ਦੇਖੋ ਬੀਜੇਪੀ ਇਹਨਾਂ ਰਲ ਕੇ, ਇਹਨਾਂ ਨਾਲ ਹਿੰਦੂਆਂ ਰਲ ਕੇ ਤੇ ਪੈਸਾ ਵੀ ਸੁੱਟਦਾ ਤੇ ਜਿੱਤਦਾ ਰਿਹਾ ਵਾ। ਥੈਂਕ ਯੂ ਭਾਈ ਸਾਹਿਬ, ਥੈਂਕ ਯੂ। ਮੀਨਵੈਲ ਪ੍ਰਵੇਸ਼ ਬਰਹਾਰ ਹੋਣਾ ਦਾ ਕਮੈਂਟ ਫੇਸਬੁੱਕ ਦੇ ਉੱਪਰ ਆਇਆ। ਉਹ ਕਹਿ ਰਹੇ ਨੇ ਜਿਹੜੇ ਮੁਲਕ ਦੇ ਵਿੱਚ ਜਿਹੜੇ ਮੁਲਕ ਦੇ ਪਲੇਅਰ ਇਸ ਤਰ੍ਹਾਂ ਨਿਰਾਸ਼ ਹੁੰਦੇ ਆ, ਡਿਸਕਰੇਜ ਹੁੰਦੇ ਆ, ਇਨਸਾਫ ਉਹਨਾਂ ਨੂੰ ਨਹੀਂ ਮਿਲਦਾ, ਉਹਨਾਂ ਤੋਂ ਅਸੀਂ ਮੈਡਲ ਦੀ ਕਿਵੇਂ ਆਸ ਕਰ ਸਕਦੇ ਹਾਂ? ਉਹ ਮੁਲਕ ਕਿਵੇਂ ਮੈਡਲ ਦੀ ਆਸ ਕਰ ਸਕਦਾ? ਬਿਲਕੁਲ ਸਹੀ ਕਿਹਾ। ਪਾਲੀ ਗਿੱਦਰਬਾਹ ਦਾ ਅੱਗੇ ਕਮੈਂਟ ਆਇਆ ਕਿ ਗੁੰਡਿਆਂ ਦੀ ਆਖਰੀ ਪਨਾਹ ਰਾਜਨੀਤੀ ਹੁੰਦੀ ਹੈ। ਸੱਜਣੋ, ਕਿੰਨੀ ਅਫਸੋਸ ਦੀ ਗੱਲ ਹੈ। ਆਫਟਰ ਆਲ ਰਾਜਨੀਤੀ ਕੀ ਹੈ? ਉਹ ਲੋਕ ਜਿਹੜੇ ਤੁਹਾਡੇ 'ਤੇ ਰਾਜ ਕਰਦੇ ਆ, ਔਰ ਅਸੀਂ ਕਿਹੋ ਜਿਹੇ ਬੰਦਿਆਂ ਨੂੰ ਉੱਥੇ ਪਹੁੰਚਾਉਂਦੇ ਹਾਂ। ਕਿੰਨੀ ਅਫਸੋਸ ਦੀ ਗੱਲ ਹੈ। ਮਨਜੀਤ ਸੁਰਖਾਂ ਦਾ ਵੀ ਕਮੈਂਟ ਆਇਆ। ਉਹ ਕਹਿ ਰਹੇ ਨੇ ਸਹੀ ਗੱਲ ਹੈ, ਸਾਰੇ ਕਾਤਲ ਸੱਤਾ ਵਿੱਚ ਹਨ ਜੀ। ਇਹ ਜੇਬਾਂ ਪਲੇਅਰਾਂ ਲਈ, ਇਹ ਜੋਬਾਂ ਪਲੇਅਰਾਂ ਲਈ ਹਨ। ਸਾਰੇ ਕਾਤਲ ਤਾਂ ਨਹੀਂ ਗਏ ਸੱਤਾ ਦੇ ਵਿੱਚ, ਕੁਝ ਲੋਕ ਜ਼ਰੂਰ ਦਾਗੀ ਲੋਕ ਉੱਥੇ ਪਹੁੰਚ ਗਏ ਆ। ਬਿਲਕੁਲ ਸਹੀ ਗੱਲ ਹੈ ਮਨਜੀਤ ਸੁਰਖਾਂ ਜੀ। ਲਾਸਟ ਕਾਲ ਲੈ ਕੇ ਮੈਂ ਪ੍ਰੋਗਰਾਮ ਦੀ ਸਮਾਪਤੀ ਕਰੂੰਗਾ। ਹੈਲੋ। ਹਾਂਜੀ ਭਾਈ ਸਾਹਿਬ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿਸਕੀ ਗੁਪਤਾ ਜੀ। ਅੱਧਾ ਕੁ ਮਿੰਟ ਹੈ ਆਪਣੇ ਕੋਲ। ਸੰਧੂ ਸਾਹਿਬ ਇਕੱਲੇ ਤੁਸੀਂ ਦੋਸ਼ੀ ਹੋ ਜੀ ਇਸ ਕੰਮ ਲਈ। ਉਹ ਤੁਹਾਡਾ ਭਲਾ ਹੋ ਜੇ, ਮੈਂ ਕੀ ਕਰਤਾ ਮਿਸਕੀ ਜੀ। ਹਾਂ, ਮੈਂ ਇਸ ਲਈ ਕਹਿਣਾ ਜੀ, ਜੇ ਅੰਨਾ ਹਜ਼ਾਰੇ ਮੂਵਮੈਂਟ ਸਫਲ ਹੋਈ ਤਾਂ ਉਹਦੇ ਲਈ ਮੀਡੀਆ ਜ਼ਿੰਮੇਵਾਰ ਸੀ। ਅੱਜ ਸਾਰੇ ਦਾ ਸਾਰਾ ਮੀਡੀਆ ਚੁੱਪ ਹੈ ਜੀ। ਉਸ ਨੂੰ ਕਿੰਨੇ ਪ੍ਰਤੀਸ਼ਤ ਕਵਰੇਜ ਮਿਲ ਰਹੀ ਹੈ? ਉਹ ਕਿਸਾਨ ਅੰਦੋਲਨ ਸਫਲ ਹੋਇਆ ਤਾਂ ਕੇਂਦਰ ਦਾ ਮੀਡੀਆ ਨਹੀਂ ਸੀ, ਪੰਜਾਬ ਦਾ ਮੀਡੀਆ ਕਿਸਾਨ ਦੇ ਨਾਲ ਸੀਗਾ ਜੀ। ਇਸ ਕਰਕੇ ਉਹ ਸਫਲ ਹੋਇਆ। ਮੈਂ ਸਮਝ ਗਿਆ ਤੁਹਾਡੀ ਗੱਲ, ਤੁਹਾਡਾ ਇਸ਼ਾਰਾ ਮੈਂ ਸਮਝ ਗਿਆ ਵੀ ਜੇ ਇਨਸਾਫ ਨਹੀਂ ਮਿਲ ਰਿਹਾ ਤੇ ਮੀਡੀਆ ਜਿਹੜਾ ਵਾ ਆਪਣਾ ਰੋਲ ਨਹੀਂ ਨਿਭਾ ਰਿਹਾ। ਬਿਲਕੁਲ ਜੀ, ਮਿਹਰਬਾਨੀ। ਥੈਂਕ ਯੂ ਮਿਸਕੀ ਗੁਪਤਾ ਜੀ। ਮੈਂ ਸਿਰਫ ਤੁਹਾਨੂੰ ਕਹਿ ਕੇ ਸੰਬੋਧਨ ਇਸ ਲਈ ਕੀਤਾ ਜੀ
ਕਿਉਂਕਿ ਤੁਸੀਂ ਵੀ ਉਸ ਇੰਟਰਨੈਸ਼ਨਲ ਮੀਡੀਆ ਦਾ ਹਿੱਸਾ ਰਹੇ। ਬਿਲਕੁਲ ਜੀ, ਮੈਂ ਵੀ ਗੁਨਾਹਗਾਰ ਹਾਂ ਭਾਈ ਸਾਹਿਬ। ਠੀਕ ਹੈ ਮਿਸਕੀ ਗੁਪਤਾ ਜੀ, ਥੈਂਕ ਯੂ। ਮੀਡੀਆ ਵੀ ਗੁਨਾਹਗਾਰ ਆ, ਮੈਂ ਵੀ ਗੁਨਾਹਗਾਰ ਹਾਂ, ਆਪਾਂ ਸਾਰੇ ਗੁਨਾਹਗਾਰ ਹਾਂ। ਸੋ ਮੇਰੇ ਖਿਆਲ ਆਪਾਂ ਨੂੰ ਜੇ ਆਪਾਂ ਆਪਣਾ ਰੋਲ ਨਿਭਾਈਏ ਤਾਂ ਸ਼ਾਇਦ ਇਨਸਾਫ ਜਿਹੜਾ ਵਾ ਉਹ ਮਜਬੂਰਨ ਜਿਹੜੇ ਲੋਕ ਸੱਤਾ ਦੇ ਵਿੱਚ ਨੇ ਉਹਨਾਂ ਨੂੰ ਦੇਣਾ ਪਵੇਗਾ, ਲੇਕਿਨ ਅਸੀਂ ਚੁੱਪ ਹੁੰਦੇ ਹਾਂ। ਸੋ ਇਨਸਾਫ ਫਿਰ ਕਦੋਂ ਸਾਨੂੰ ਲੱਗਦਾ ਵੀ ਗੁਆਂਢੀ ਦੇ ਘਰ ਅੱਗ ਲੱਗੀ, ਆਪਾਂ ਕਿਉਂ ਵਿੱਚ ਦਖਲ ਦੇਣਾ। ਇਹ ਨਹੀਂ ਸੋਚਦੇ ਵੀ ਜੇ ਗੁਆਂਢੀ ਦੇ ਘਰ ਅੱਜ ਲੱਗੀ ਤਾਂ ਤੁਹਾਡੇ ਵੀ ਘਰ ਅੱਗ ਤਾਂ ਕੱਲ੍ਹ ਨੂੰ ਅੱਗ ਲੱਗ ਸਕਦੀ ਹੈ। ਸੋ ਇਸ ਕਰਕੇ ਆਪਾਂ ਜੋ ਉਹਦੀ ਬਾਂਹ ਫੜਾਂਗੇ ਤਾਂ ਤਦ ਸਾਡੀ ਵੀ ਕੋਈ ਬਾਂਹ ਫੜੂਗਾ। ਇਹਨਾਂ ਸ਼ਬਦਾਂ ਦੇ ਨਾਲ ਮੈਂ ਹੁਣ ਤੁਹਾਡੇ ਤੋਂ ਲੈ ਰਿਹਾ ਮੈਂ ਇਜਾਜ਼ਤ। ਬਹੁਤ ਅੱਛਾ ਵਿਚਾਰ ਚਰਚਾ ਅੱਜ ਹੋਈ ਆ ਔਰ ਅਸੀਂ ਆਸ ਕਰਦੇ ਹਾਂ ਕਿ ਵਾਕਈ ਕੋਰਟਸ ਜਿਹੜੀਆਂ ਵਾ ਉਹ ਇਹਦੇ ਵਿੱਚ ਇਹਨੂੰ ਉਸੇ ਗੰਭੀਰਤਾ ਨਾਲ ਲੈਣਗੇ ਜਿਹੜੀ ਗੰਭੀਰਤਾ ਲੈਣੀ ਬਣਦੀ ਹੈ। ਵੀਕਐਂਡ ਆ ਹੁਣ, ਆਪਣਾ ਖਿਆਲ ਰੱਖਿਓ, ਆਪਣੇ ਪਰਿਵਾਰ ਦੇ ਨਾਲ ਇੰਜੋਏ ਜ਼ਰੂਰ ਕਰੋ, ਪਰ ਪਲੀਜ਼ ਬੀ ਸੇਫ। ਅਗਲੇ ਹਫਤੇ ਫਿਰ ਮਿਲਾਂਗੇ ਔਰ ਇਸੇ ਤਰ੍ਹਾਂ ਆਪਾਂ ਮਸਲੇ ਵਿਚਾਰਾਂਗੇ। ਹੁਣ ਦਿਓ ਮੈਨੂੰ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।